पंकज बंदन पद पंकज बंदन सिमरो अंगद दुख निकंदन अमरदास गुर हृदय त्यागो गुर श्री गुरु रामदास गुण गाओ श्री अर्जन विघ्नन के नासक विघ्नन के नासक हर गोबिंद शुभ स्मत प्रकाश श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विशाला तरों तरा तर पुन 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 शीसा बंदों बार बार जगदीसा जिसमें अमृत ज्ञान है माणक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार होवे सिवत कसमदी नूर अरसों कुरसों तुद रिठे सचे पातशाह मल जन्म जन्म दे तुद रिठे सचे पातशाह मल जन्म जन्म दे कटिए सतनाम श्री वाहिगुरु साहिब जी दोहरा नित प्रत बैठ है सिंह ढिग रहनी रहत बताए भगत ज्ञान की वारता सुन है सदा चित लाए दोहरा नित प्रत बैठ है सिंह ढिग रहनी रहत बताए। वाहिगुरु जी का खालसा वाहिगुरु जी की फतेह। परम सत्कारयोग गुरु ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਰੂਪ ਦੇ ਅੰਦਰ ਸ਼ਸ਼ੋਭਤ ਹੋ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਮਨੁੱਖਾ ਸਰੀਰ 84 ਲੱਖ ਜੋਨ ਵਿੱਚ ਧੱਕੇ ਤੌਲੇ ਖਾਂਦਿਆਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਮਨੁੱਖਾ ਸਰੀਰ ਦੀ ਪ੍ਰਾਪਤੀ ਹੋਈ ਹੈ। ਉੱਥੇ ਸਤਸੰਗਤ ਦੇ ਵਿੱਚ ਪਹੁੰਚਣ ਦਾ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਇਤਿਹਾਸ ਦਾ ਲਾਹਾ ਪ੍ਰਾਪਤ ਕਰਨ ਦਾ ਸਮਾਂ ਵੀ ਜਿਸ ਵਾਹਿਗੁਰੂ ਨੇ ਮਨੁੱਖਾ ਸਰੀਰ ਬਖਸ਼ਿਆ ਹੈ, ਇਹ ਸ਼ੁੱਧ ਵਾਤਾਵਰਨ ਵੀ ਉਸ ਗੁਰੂ ਪਰਮੇਸ਼ਰ ਨੇ ਬਖਸ਼ਿਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਬੜੀ ਵਿਸ਼ੇਸ਼ ਕਰਕੇ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਪਾਵਨ ਕਥਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਬੜੀ ਇੱਕ ਅਹਿਮ ਕਥਾ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਰਤਾਰਾ ਵਰਤ ਰਿਹਾ ਸੀ। ਉਹ ਬੜੀ 10 ਅਧਿਆਇ ਇਸ ਕਥਾ ਦੇ ਐਸੇ ਹਨ। ਨਿਰੋਲ ਹੀ ਬ੍ਰਹਮ ਗਿਆਨ, ਨਿਰੋਲ ਹੀ ਆਤਮ ਗਿਆਨ, ਔਰ ਇਸ ਗਿਆਨ ਦਾ ਭੰਡਾਰ ਇਹ 10 ਅਧਿਆਇ ਹਨ। ਇਹਨਾਂ ਅਧਿਆਵਾਂ ਦੀ ਕਥਾ ਕਲਗੀਧਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ। ਟਕਸਾਲ ਦੇ ਗਿਆਨੀ ਸਿੰਘ ਸਾਹਿਬਾਨ
ਟਕਸਾਲ ਦੇ ਬੜੇ ਬੜੇ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਸੰਤ ਗਿਆਨੀ ਗੁਰਬਚਨ ਸਿੰਘ ਜੀ ਵਿਦਿਆ ਮਾਰਤੰਡ ਮਹਾਂਪੁਰਸ਼, ਉਹਨਾਂ ਦੇ ਅਨੇਕਾਂ ਪੜ੍ਹਾਏ ਹੋਏ ਜਿਹੜੇ ਵਿਦਿਆਰਥੀ ਹਨ, ਤੇ ਉਹ ਬੜੇ ਚਾਅ ਦੇ ਨਾਲ ਅਜਿਹੀ ਕਠਿਨ ਕਥਾ ਜਿਹੜੀ ਹੈ ਉਹ ਕਰਨ ਵਿੱਚ ਮਾਣ ਮਹਿਸੂਸ ਕਰਦੇ। ਜਦੋਂ ਕਿ ਅਣਜਾਣ ਜਿਹੜੇ ਕਿਸੇ ਕੋਲੋਂ ਨਹੀਂ ਸਿੱਖੇ ਹੋਏ ਜਾਂ ਕਥਾ ਦੀ ਮਿਹਨਤ ਨਹੀਂ ਹੈ, ਉਹ ਇਤਿਹਾਸ ਵਿੱਚ ਇਹ 10 ਅਧਿਆਇ ਛੱਡ ਕੇ ਕਥਾ ਕਰਦੇ, ਜਦੋਂ ਕਿ ਬਹੁਤ ਵੱਡਾ ਖਜ਼ਾਨਾ ਇਹਨਾਂ 10 ਅਧਿਆਵਾਂ ਦੇ ਵਿੱਚ ਹੀ ਹੈ। ਇਹ ਬਾਤ ਵੱਖਰੀ ਹੈ ਵੀ ਕੋਈ ਲੰਮੀਆਂ ਸਾਖੀਆਂ ਜਾਂ ਹੋਰ ਇਤਿਹਾਸ ਵਰਗਾ ਉਸ ਤਰ੍ਹਾਂ ਦਾ ਰਸ ਸਰੋਤੇ ਨੂੰ ਮਹਿਸੂਸ ਨਹੀਂ ਹੁੰਦਾ, ਪਰ ਜਾਣਕਾਰੀ ਦੇ ਪੱਖ ਤੋਂ, ਕਿਉਂਕਿ ਵਿਸ਼ੇਸ਼ ਕਰਕੇ ਜਿੱਥੋਂ ਕਥਾ ਆਰੰਭ ਹੋਏਗੀ ਉਹਦੇ ਕੁਝ ਕਥਾ ਦੇ ਬੋਲਾਂ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੂੰ ਖਾਲਸੇ ਨੇ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ, ਜਿੱਥੇ ਆਪ ਹੋਰ ਇਤਨੀ ਮਹਾਨ ਕਿਰਪਾ ਕਰਦੇ ਹੋ, ਉੱਥੇ ਕਿਰਪਾ ਕਰਕੇ ਦੱਸੋ ਵੀ ਕਰਮ ਕੀ ਚੀਜ਼ ਹੈ, ਕਰਮ ਕਿਤਨੇ ਪ੍ਰਕਾਰ ਦਾ ਹੈ, ਜਿਨ੍ਹਾਂ ਕਰਮਾਂ ਕਰਕੇ ਨਰਕ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਦੁੱਖ ਸੁੱਖ ਮਿਲਦਾ ਹੈ, ਇਹ ਕਰਮ ਪੈਦਾ ਕਿਵੇਂ ਹੁੰਦਾ ਹੈ। ਸੰਸਾਰ ਦੇ ਅੰਦਰ ਮਿਲਣਾ ਤੇ ਵਿਛੜਨਾ ਇਹ ਵੀ ਕਰਮ ਦੇ ਅਧੀਨ ਹੈ। ਸਾਰੇ ਸੰਬੰਧੀਆਂ ਦਾ ਦੁੱਖ ਅਰ ਸੁੱਖ ਸੰਬੰਧੀਆਂ ਤੋਂ, ਮਿੱਤਰਾਂ ਦੋਸਤਾਂ ਤੋਂ, ਗੁਆਂਢੀਆਂ ਤੋਂ, ਸੰਸਾਰ ਦੇ ਮਨੁੱਖਾਂ ਤੋਂ, ਜਿਸ ਦੇਹ ਦੇ ਕੋਲੋਂ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਾਪਤ ਹੁੰਦਾ ਹੈ, ਇਹਦੇ ਪਿੱਛੇ ਸਾਧ ਸੰਗਤ ਜੀ ਬਹੁਤ ਵੱਡੀ ਕਰਮ ਦੀ ਹੀ ਗਾਥਾ ਹੈ। ਇਹ ਸਾਰੀ ਵਿਚਾਰ ਇਸ ਅਧਿਆਇ ਦੇ ਵਿੱਚ ਸ਼ੁਰੂ ਹੋਏਗੀ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਦੀਵਾਨ ਸਜਿਆ ਹੋਇਆ ਹੈ। ਉਹ ਸਜੇ ਦੀਵਾਨ ਦੇ ਅੰਦਰ ਨਿਤ ਪ੍ਰਤੀ ਸਿੰਘ ਬੈਠਦੇ ਹੈ। ਕਿਤਨਾ ਸੁਹਾਵਣਾ ਸਮਾਂ, ਕਿਹੋ ਜਿਹਾ ਸਮਾਂ ਸੀ, ਕਿੰਨੇ ਪੁੰਨ ਕਰਮ ਉਹਨਾਂ ਗੁਰੂ ਕੇ ਪਿਆਰਿਆਂ ਦੇ ਸਨ, ਜਿਨ੍ਹਾਂ ਨੂੰ ਉਸ ਵੇਲੇ ਇਹ ਮਨੁੱਖਾ ਸਰੀਰ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਦਾ 10ਵਾਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਬੈਠੇ ਸਨ। ਸੋ ਸੱਚੇ ਪਾਤਸ਼ਾਹ ਦਾ ਜੀਵਨ ਹਰ ਪੱਖ ਵਿੱਚ ਮੁਕੰਮਲ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਤੇ ਨਿਤ ਪ੍ਰਤੀ ਸਤਿਗੁਰੂ ਜੀ ਦਰਬਾਰ ਵਿੱਚ ਬੈਠਦੇ ਹੈ, ਸਿੰਘ ਬੈਠਦੇ ਹਨ। ਜੋ ਗਾਥਾ ਅੱਗੇ ਆ ਰਹੀ ਹੈ ਸੁਣਨਾ ਕਰੋ ਜੀ। ਦੋਹਰਾ ਨਿਤ ਪ੍ਰਤ ਬੈਠੈ ਸਿੰਘ ਢਿਗ ਰਹਿਣੀ ਰਹਿਤ ਬਤਾਏ। ਨਿਤ ਪ੍ਰਤੀ ਹਰ ਰੋਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਢਿਗ ਕਈਏ ਨੇੜੇ ਦਰਬਾਰ ਦੇ ਵਿੱਚ ਗੁਰੂ ਕੇ ਪਿਆਰੇ ਸਿੰਘ ਬੈਠਦੇ ਨੇ, ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਰਹਿਣੀ ਰਹਿਤ ਬਤਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਰਹਿਤ ਦੱਸਦੇ ਨੇ। ਗੁਰਸਿੱਖ ਮੀਤ ਚਲੋ ਗੁਰ ਚਾਲੀ ਦੀ ਪਾਠ ਪੜਾਉਂਦੇ ਹੈ, ਕਿਉਂਕਿ ਸਤਿਗੁਰਾਂ ਨੂੰ ਰਹਿਤ ਬੜੀ ਪਿਆਰੀ ਹੈ। ਸਤਿਗੁਰਾਂ ਨੇ ਇੱਥੋਂ ਤੱਕ ਕਹਿ ਦਿੱਤਾ, ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜਾ ਰਹਿਤ ਵਿੱਚ ਪੱਕਾ ਹੈ ਉਹੀ ਮੇਰਾ ਸਿੱਖ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਔਰ ਹੋਰ ਵੀ ਵਚਨ ਕੀਤੇ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਤ ਤੋਂ ਬਿਨਾ ਤੇ ਉਹ ਸਿੱਖ ਹੀ ਨਹੀਂ ਹੈ। ਮਹਾਰਾਜ ਕਹਿੰਦੇ ਮਨਮੁਖ ਨੇ ਵੀ ਜਮਾਂ ਦੀਆਂ ਚੋਟਾਂ ਖਾਣੀਆਂ। ਜਿਹੜਾ ਰਹਿਤ ਨਹੀਂ ਰੱਖਦਾ ਸਿੱਖ ਹੋ ਕੇ, ਮਹਾਰਾਜ ਕਹਿੰਦੇ ਚੋਟਾਂ ਉਹਨੂੰ ਵੀ ਪੈਣੀਆਂ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਤੋਂ ਬਿਨਾ ਤਾਂ ਸਿੱਖ ਹੀ ਨਹੀਂ ਹੈ, ਸਿੱਖ ਕਹਾਉਣ ਦੇ ਯੋਗ ਹੀ ਨਹੀਂ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣ ਭਾਣੇ ਜੋ ਚਲੇ ਭਾਈ, ਵਿਛੜ ਚੋਟਾਂ ਖਾਵੇ। ਉਹੀ ਸਿਧਾਂਤ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ,
ਰਹਿਤ ਰਹਿਤ ਰਹਿ ਜਾਏ ਵਿਕਾਰਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਇਹਦਾ ਅੰਤਰੀਵ ਅਰਥਾਂ ਵਿੱਚ ਇਹ ਵੀ ਕੀਤਾ, ਰਹਿਤ ਨੂੰ ਰੱਖਦਿਆਂ ਰੱਖਦਿਆਂ ਵਿਕਾਰਾਂ ਵੱਲੋਂ ਰਹਿ ਜਾਈਦਾ, ਐਸਾ ਅਰਥ ਕੀਤਾ ਮਹਾਂਪੁਰਖਾਂ ਨੇ। ਸੋ ਸਤਿਗੁਰੂ ਮਹਾਰਾਜ ਸਹੀ ਨਿਤ ਪ੍ਰਤ ਬੈਠੇ ਸਿੰਘ ਢਿਗ ਰਹਿਣੀ ਰਹਿਤ ਬਤਾਏ। ਸਤਿਗੁਰੂ ਉਹਨਾਂ ਨੂੰ ਰਹਿਤ ਦੱਸਦੇ ਹਨ। ਭਗਤ ਗਿਆਨ ਕੀ ਵਾਰਤਾ ਸੁਨਹਿ ਸਦਾ ਚਿਤ ਲਾਏ। ਇਹ ਸਰੋਤੇ ਜਨ ਕਲਗੀ ਵਾਲੇ ਸਤਿਗੁਰੂ ਦੇ ਕੋਲੋਂ ਭਗਤੀ ਦੀਆਂ ਗੱਲਾਂ, ਪ੍ਰੇਮਾ ਭਗਤੀ ਸਿੱਖਦੇ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮਾ ਭਗਤੀ ਪ੍ਰਮਾਣਿਕ ਹੈ। ਕੇਵਲ ਭਗਤੀ ਕਰਨੀ ਅਲੱਗ ਬਾਤ ਹੈ, ਪ੍ਰੇਮ ਦੇ ਸਹਿਤ ਭਗਤੀ ਕਰਨੀ ਉਹਨੂੰ ਪ੍ਰੇਮਾ ਭਗਤੀ ਭਾਵ ਭਗਤੀ ਕਹਿੰਦੇ, ਉਹ ਪ੍ਰਮਾਣਿਕ ਹੈ। ਭਗਤ ਗਿਆਨ ਜਿਹੜਾ ਬ੍ਰਹਮ ਗਿਆਨ ਹੈ, ਅਪਰੋਕਸ਼ ਬ੍ਰਹਮ ਗਿਆਨ ਹੈ, ਪਰੋਕਸ਼ ਬ੍ਰਹਮ ਗਿਆਨ ਹੈ। ਦੋ ਪ੍ਰਕਾਰ ਦਾ ਬ੍ਰਹਮ ਗਿਆਨ ਹੁੰਦਾ ਹੈ, ਆਪਣੇ ਆਪੇ ਦਾ ਜਿਹੜਾ ਗਿਆਨ ਹੈ। ਭਗਤ ਗਿਆਨ ਕੀ ਵਾਰਤਾ, ਕਿਤੇ ਭਗਤੀ ਦੀਆਂ ਵਾਰਤਾ। ਕਲਗੀ ਵਾਲੇ ਸਤਿਗੁਰੂ ਆਪਣੀ ਰਸਨਾ ਤੋਂ ਭਗਤੀ ਕਰਨ ਦਾ ਢੰਗ ਦੱਸਦੇ ਹੈ, ਭਗਤੀ ਕਿਵੇਂ ਕਰੀਦੀ ਹੈ। ਕਿਤੇ ਆਤਮਿਕ ਗਿਆਨ ਦੀ ਬਖਸ਼ਿਸ਼ ਕਰਦੇ ਨੇ। ਆਤਮ ਰਸ ਜਾਣਹਿ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿ ਨ ਭੇਵ। ਕਿਤੇ ਇਹ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੋ ਇਸ ਪ੍ਰਕਾਰ ਦਾ ਵਾਤਾਵਰਣ ਬੜਾ ਸਵੱਛ ਬਣਿਆ ਹੋਇਆ ਹੈ। ਸੋ ਭਈ ਸਭ ਸਿੱਖਣ ਬੁਝੇ ਕਰ ਜੋਰ। ਹੁਣ ਇਥੋਂ ਕਰਮ ਕਥਾ ਦੀ ਆਰੰਭਤਾ ਹੋਣ ਲੱਗੀ ਹੈ। ਸਾਰਿਆਂ ਸਿੰਘਾਂ ਨੇ ਮਿਲ ਕਰਕੇ ਗੁਰਮਤਾ ਕਰਕੇ ਕਿ ਕਲਗੀ ਵਾਲੇ ਸਤਿਗੁਰੂ ਜੀ ਨੂੰ ਅੱਜ ਅਸੀਂ ਕਰਮ ਬਾਰੇ ਪੁੱਛਣਾ ਹੈ। ਇਹ ਪਹਿਲਾਂ ਗੁਰਮਤਾ ਸਿੰਘਾਂ ਦਾ ਕੀਤਾ ਹੋਇਆ ਹੈ, ਆਪਸ ਵਿੱਚ ਵਿਚਾਰ ਕੀਤੀ ਹੈ ਤੇ ਉਸ ਵਿਚਾਰ ਦੇ ਅਨੁਸਾਰ ਹੱਥ ਜੋੜ ਕਰਕੇ ਸਭ ਸਿੰਘਨ ਬੂਝੇ ਕਰ ਜੋਰ। ਦੋਵੇਂ ਹੱਥ ਜੋੜ ਕਰਕੇ ਹੇ ਕਲਗੀ ਵਾਲੇ ਸਤਿਗੁਰੂ ਜੀ, ਜਿੱਥੇ ਆਪ ਇਤਨੀ ਬਖਸ਼ਿਸ਼ ਕਰਦੇ ਹੋ, ਹਰ ਰੋਜ਼ ਸਾਨੂੰ ਭਗਤੀ ਔਰ ਗਿਆਨ ਦੀਆਂ ਗੱਲਾਂ ਸੁਣਾਉਂਦੇ ਹੋ, ਉੱਥੇ ਮਹਾਰਾਜ ਅੱਜ ਇਹ ਕਿਰਪਾ ਕਰੋ। ਪ੍ਰਾਣੀ ਕਰਮ ਬੰਧ ਪਰ ਘੋਰ। ਇਹ ਜਿਹੜੇ ਪ੍ਰਾਣੀ ਭਿਆਨਕ ਕਰਮਾਂ ਦੇ ਬੰਧਨ ਦੇ ਵਿੱਚ ਪਏ ਹੋਏ ਹੈ, ਘੋਰ ਭਿਆਨਕ, ਤੇ ਐਸੇ ਬੰਧਨ ਕਰਮ ਬੰਧਨ ਕਹਿੰਦੇ ਨੇ ਇਸ ਨੂੰ। ਸੰਸਾਰ ਦੇ ਰੱਸੇ ਔਰ ਸੰਗਲਾਂ ਤੋਂ ਬਿਨਾ ਤੇ ਹਰ ਜੀਵ ਆਪਣੇ ਕਰਮ ਦੇ ਬੰਧਨਾਂ 'ਚ ਬੰਨਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਇਹ ਜਿਹੜੇ ਘੋਰ ਭਿਆਨਕ ਕਰਮਾਂ ਦੇ ਬੰਧਨ ਹਨ, ਤਿਨ ਕੋ ਨਿਰਣਾ ਕਰੋ ਸੁਨਾਵਨ। ਹੇ ਸੱਚੇ ਪਾਤਸ਼ਾਹ ਜੀ, ਆਪ ਉਹਨਾਂ ਦਾ ਨਿਰਣਾ ਕਰੋ। ਅੱਜ ਹੋਰ ਭਗਤੀ ਔਰ ਗਿਆਨ ਦੀਆਂ ਗੱਲਾਂ ਬੇਅੰਤ ਆਪਨੇ ਕਿਰਪਾ ਕੀਤੀ ਹੈ, ਬ੍ਰਹਮ ਗਿਆਨ ਬਖਸ਼ਿਸ਼ ਕਰਦੇ ਹੋ, ਪਰ ਸਾਨੂੰ ਵਿਚਾਰ ਉਹ ਚਾਹੀਦੀ ਹੈ ਕਿ ਕਰਮ ਬਾਰੇ ਗਿਆਨ ਚਾਹੀਦਾ। ਤਿਨ ਕਾ ਨਿਰਣਾ ਕਰੋ ਸੁਨਾਵਨ। ਆਪਣੀ ਰਸਨਾ ਤੇ ਕਿਰਪਾ ਕਰਕੇ ਮਹਾਰਾਜ ਉਹਦਾ ਨਿਰਣਾ ਕਰੋ। ਅਸੀਂ ਜਾਣਨਾ ਚਾਹੁੰਦੇ ਹਾਂ, ਕਰਮ ਦੇ ਬਾਰੇ ਗਿਆਨ ਹੋ ਜਾਏ ਕਿ ਕਰਮ ਹੈ ਕਿ ਹਰ ਬੰਦਾ ਕਹਿੰਦਾ ਮੇਰੀ ਕਿਸਮਤ ਮਾੜੀ, ਜਦੋਂ ਕੋਈ ਐਸੀ ਦੁਰਘਟਨਾ ਵਾਪਰ ਜਾਏ, ਅਣਸੁਖਾਵੀ ਘਟਨਾ ਵਾਪਰ ਜਾਏ, ਕਹਿੰਦਾ ਵੀ ਕਰਮ ਮਾੜੇ ਸੀ। ਜਦੋਂ ਕਿਸੇ ਬਾਤ ਦੀ ਪ੍ਰਾਪਤੀ ਹੁੰਦੀ ਹੈ, ਕਹਿੰਦਾ ਵੀ ਕਰਮ ਬੜੇ ਚੰਗੇ ਸੀ। ਜਦੋਂ ਕੋਈ ਚੀਜ਼ ਪ੍ਰਾਪਤ ਨਾ ਹੋਵੇ, ਕਹਿੰਦਾ ਮੇਰੇ ਕਰਮਾਂ ਵਿੱਚ ਨਹੀਂ ਸੀ। ਤੇ ਐਸੇ ਸ਼ਬਦ ਤਾਂ ਅਸੀਂ ਵਰਤਦੇ ਹਾਂ, ਪਰ ਖਿਮਾ ਕਰਨਾ ਗੁਰੂ ਪਿਆਰਿਓ, ਕਰਮ ਬਾਰੇ ਸਾਨੂੰ ਗਿਆਨ ਨਹੀਂ। ਕਰਮ ਕੀ ਹੈ? ਸਤਿਗੁਰੂ ਦੀ ਉਹ ਖੇਡ ਹੈ ਜਿਹੜਾ ਸਿੰਘਾਂ ਦੇ ਮਨ ਵਿੱਚ ਇਹ ਫੁਰਨਾ ਪੈਦਾ ਸਤਿਗੁਰਾਂ ਨੇ ਕੀਤਾ ਹੈ। ਸੱਚੇ ਪਾਤਸ਼ਾਹ ਨੂੰ ਪਤਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਮੇਰੇ ਸਿੱਖਾਂ ਨੂੰ ਪ੍ਰਸ਼ਨ ਉੱਠਣਗੇ, ਉਹਨਾਂ ਦਾ ਉੱਤਰ ਕਿਵੇਂ ਬਣੇਗਾ। ਜੇ ਉਸ ਵੇਲੇ ਸਿੰਘਾਂ ਦੇ ਮਨ ਵਿੱਚ ਇਹ ਸੰਕਲਪ ਪੈਦਾ ਹੋਇਆ ਤਾਂ ਅੱਜ ਸਾਨੂੰ ਇਹਦੇ ਕੋਲੋਂ ਬਹੁਤ ਵੱਡਾ ਲਾਭ ਪ੍ਰਾਪਤ ਹੋ ਰਿਹਾ ਹੈ। ਸਾਨੂੰ ਇਹ ਗਿਆਨ ਸਤਿਗੁਰਾਂ ਦੇ ਜੀਵਨ ਚੋਂ ਪ੍ਰਾਪਤ ਹੁੰਦਾ ਹੈ। ਅੱਜ ਦੇ ਯੁੱਗ ਵਿੱਚ ਗਿਆਨ ਦੀ ਵੀ
ਇੱਕ ਇਉਂ ਲੱਗਦਾ ਜਿਵੇਂ ਕਿਸਮ ਬਦਲ ਗਈ। ਕੁਝ ਲੋਕਾਂ ਨੇ ਗਿਆਨ ਨੂੰ ਆਪਣੇ ਗੱਲਾਂ ਦੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਗੁਰਮਤਿ ਵਿੱਚ ਇਸ ਬਾਤ ਦਾ ਵਿਰੋਧ ਹੈ, ਖੰਡਨ ਹੈ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਗਿਆਨ ਗੱਲਾਂ ਦੇ ਅਧੀਨ ਨਹੀਂ ਹੈ। ਆਤਮਿਕ ਗਿਆਨ, ਨਿਰੋਲ ਆਪਣੇ ਆਪੇ ਦਾ ਗਿਆਨ, ਜਿਹਦੇ 'ਚ ਆਪਣਾ ਆਪਾ ਗਵਾਉਣਾ ਪੈਂਦਾ ਹੈ, ਉਹ ਜੁਗਤ ਗੁਰਬਾਣੀ ਵਿੱਚ ਹੈ, ਗੁਰੂ ਦੇ ਜੀਵਨ ਵਿੱਚ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਤਿਨ ਕਾ ਨਿਰਣਾ ਕਰੋ ਸੁਨਾਵਨ, ਜਿਸ ਕਰਕੇ ਸਾਨੂੰ ਵੱਡਾ ਲਾਭ ਪ੍ਰਾਪਤ ਹੋਵੇ। ਮਹਾਰਾਜ ਜੀ ਉਹਦਾ ਨਿਰਣਾ ਕਰੋ ਜੀ। ਜਿਸ ਕੇ ਜਨ ਹੈ ਕਰਹਿ ਬਚਾਵਨ। हे ਸੱਚੇ ਪਾਤਸ਼ਾਹ ਜੀ, ਜੇ ਆਪ ਬਖਸ਼ਿਸ਼ ਕਰਦੇ ਹੋ, ਆਪ ਅੰਮ੍ਰਿਤ ਬਾਣੀ ਦੀ ਜਿਵੇਂ ਸਿੱਖਿਆ ਦੀ ਵਰਖਾ ਕਰਦੇ ਹੋ, ਕਰਮਾਂ ਬਾਰੇ ਸਮਝਾ ਦਿਓ, ਕਮ ਸੇ ਕਮ ਅਸੀਂ ਉਹਨਾਂ ਮਾੜੇ ਕਰਮਾਂ ਤੋਂ ਬਚਾ ਕਰ ਲਏ। ਜਿਨ੍ਹਾਂ ਮਾੜੇ ਕਰਮਾਂ ਦਾ ਫਲ ਦੁੱਖ ਰੂਪ ਵਿੱਚ ਮਿਲਦਾ ਹੈ, ਅਸੀਂ ਉਹ ਕਰਮ ਹੀ ਕਿਉਂ ਕਰੀਏ, ਉਹਨਾਂ ਤੋਂ ਸਾਡਾ ਬਚਾਅ ਹੋ ਜਾਵੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਜਿਨ ਕੇ ਜਾਣਹਿ ਕਰਹਿ ਬਚਾਵਨ। ਉਹਨਾਂ ਕਰਮਾਂ ਨੂੰ ਜੇ ਅਸੀਂ ਜਾਣਦੇ ਹੋਵਾਂਗੇ, ਕਿਉਂਕਿ ਜੀਵ ਅਣਜਾਣਪਣੇ ਵਿੱਚ ਕਰ ਬੈਠਦਾ ਹੈ, ਫਲ ਬੜਾ ਭਿਆਨਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਚਨ ਆਪਣੀ ਰਸਨਾ ਤੋਂ ਉਚਾਰਨ ਕੀਤੇ ਹਨ। ਨਰ ਅਚੇਤ ਪਾਪ ਤੇ ਡਰ ਰਹੇ, ਹੇ ਅਗਿਆਤ ਬੇਸਮ ਜੀਵ, ਪਾਪ ਕਰਮ ਤੋਂ ਡਰ। ਡਰਨ ਤੋਂ ਭਾਵ ਹੈ ਜਿਹੜੀ ਚੀਜ਼ ਤੋਂ ਬੰਦਾ ਡਰਦਾ ਉਹ ਕਰਦਾ ਨਹੀਂ। ਜਿਹੜਾ ਬੰਦਾ ਪਾਣੀ ਤੋਂ ਡਰਦਾ, ਪਾਣੀ 'ਚ ਨਹੀਂ ਵੜਦਾ। ਅੱਗ ਤੋਂ ਡਰਦਾ, ਅੱਗ 'ਚ ਹੱਥ ਨਹੀਂ ਪਾਉਂਦਾ। ਇਸ ਕਰਕੇ ਜਿਹੜਾ ਪਾਪ ਕਰਮ ਤੋਂ ਡਰ ਜਾਵੇ, ਉਹ ਪਾਪ ਨਹੀਂ ਕਰਿਆ ਕਰਦਾ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਜਿਸ ਕਰਮਾਂ ਦੇ ਜਾਣਨ ਤੋਂ ਅਸੀਂ ਆਪਣਾ ਬਚਾਅ ਕਰ ਸਕੀਏ, ਸਾਨੂੰ ਇਹ ਲਾਭ ਪ੍ਰਾਪਤ ਹੋਵੇ। ਸਤਿਗੁਰੂ ਜੀ ਸ੍ਰੀ ਮੁਖ ਤੇ ਸਭ ਹੁਣ ਉਚਾਰਾ। ਉਸ ਵੇਲੇ ਸਤਿਗੁਰੂ ਜੀ ਨੇ ਸਾਰਿਆਂ ਦੇ ਵਿੱਚ ਆਪਣੀ ਰਸਨਾ ਤੋਂ ਕਲਗੀ ਵਾਲੇ ਸਤਿਗੁਰੂ ਜੀ ਬੋਲੇ, ਪਾਵਨ ਬਚਨ ਉਚਾਰਨ ਕੀਤਾ। ਹਜ਼ੂਰ ਕਹਿਣ ਲੱਗੇ, ਸ੍ਰੀ ਮੁਖ ਤੇ ਸਭ ਹੁਣ ਉਚਾਰਾ। ਸਾਰਿਆਂ ਦੇ ਵਿੱਚ ਕਲਗੀ ਵਾਲੇ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਇੱਕ ਅੰਮ੍ਰਿਤ ਵਚਨ ਉਚਾਰਨ ਕੀਤਾ। ਇੱਥੋਂ ਸਮਝ ਲੈਣਾ ਕਿ ਗੁਰੂ ਸਾਹਿਬ ਜੀ ਆਪਣੇ ਉਹਨਾਂ ਗੁਰਸਿੱਖਾਂ ਨਾਲ ਜਿਹੜੇ ਬ੍ਰਹਮ ਗਿਆਨ ਜਿਨ੍ਹਾਂ ਨੂੰ ਹੋ ਚੁੱਕਾ ਹੈ, ਕਿਤਨਾ ਸਨੇਹ ਕਰਦੇ ਹਨ। ਕਲਗੀ ਵਾਲੇ ਸਤਿਗੁਰੂ ਸਿੰਘਾਂ ਪ੍ਰਤੀ ਕਲਗੀ ਵਾਲੇ ਸਤਿਗੁਰੂ ਦੀ ਕਿਹੋ ਜਿਹੀ ਭਾਵਨਾ ਹੈ। ਸ੍ਰੀ ਮੁਖ ਤੇ ਸਭ ਹੁਣ ਉਚਾਰਾ, ਸਾਰਿਆਂ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤਾ। ਦਇਆ ਸੰਗ ਮਮ ਰੂਪ ਉਦਾਰਾ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਖਾਲਸਾ ਜੀ, ਇਹ ਪ੍ਰਸ਼ਨ ਕਰਨ ਵਾਲੇ ਗੁਰਸਿੱਖੋ, ਜੋ ਕਰਮ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਇਹਦਾ ਇਹ ਉੱਤਰ ਮੈਂ ਦੇਣਾ ਵੀ ਆਹ ਭਾਈ ਦਇਆ ਸਿੰਘ ਜੀ ਬੈਠੇ ਹਨ। ਪੰਜਾਂ ਪਿਆਰਿਆਂ ਵਿੱਚ ਅੰਮ੍ਰਿਤ ਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਉਸ ਅਰਸ਼ਾਂ ਤੋਂ ਜੋ ਅੰਮ੍ਰਿਤ ਨੂੰ ਪ੍ਰਗਟ ਕਰਨ ਦੀ ਜੁਗਤ ਲੈ ਕੇ ਆਏ ਨੇ ਕਲਗੀ ਵਾਲੇ ਸਤਿਗੁਰੂ, ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਵੇਲੇ ਸਭ ਤੋਂ ਪਹਿਲਾਂ ਸੀਸ ਦੇਣ ਵਾਸਤੇ ਭਾਈ ਦਇਆ ਰਾਮ ਲਾਹੌਰ ਤੋਂ ਆਏ ਸਨ ਤੇ ਅੰਮ੍ਰਿਤ ਛਕਣ ਤੋਂ ਬਾਅਦ ਸਿੰਘ ਪਦਵੀ ਦਿੱਤੀ ਹੈ ਮਹਾਰਾਜ ਨੇ, ਦਇਆ ਸਿੰਘ ਬਣੇ। ਤੇ ਮਹਾਰਾਜ ਸਾਹਿਬ ਕਹਿੰਦੇ, ਦਇਆ ਸਿੰਘ ਮਮ ਰੂਪ ਉਦਾਰਾ। ਕਹਿੰਦੇ ਖਾਲਸਾ ਜੀ, ਮੇਰੇ ਵਿੱਚ ਔਰ ਭਾਈ ਦਇਆ ਸਿੰਘ ਵਿੱਚ ਕੋਈ ਵੀ ਅੰਤਰਾ ਨਹੀਂ ਹੈ, ਇਹ ਮੇਰਾ ਰੂਪ ਹੈ। ਇਸ ਕਰਕੇ ਇੱਕ ਤਾਂ ਇਹ ਵਹਿਮ ਨਹੀਂ ਕਰਨਾ ਮੈਂ ਡਿਊਟੀ ਭਾਈ ਦਇਆ ਸਿੰਘ ਦੀ ਲਾਉਣ ਲੱਗਿਆ, ਇਹ ਨਹੀਂ ਸਮਝਣਾ ਕਿ ਇਹਦਾ ਉੱਤਰ ਮੈਂ ਨਹੀਂ ਦੇ ਰਿਹਾ ਹਾਂ, ਇਹਦਾ ਉੱਤਰ ਭਾਈ ਦਇਆ ਸਿੰਘ ਜੀ ਦੇਣਗੇ
ਔਰ ਮੈਂ ਇਹਨਾਂ ਦੀ ਡਿਊਟੀ ਲਾਉਣਾ, ਕਿਉਂਕਿ ਇਹ ਮੇਰਾ ਰੂਪ ਬਣ ਚੁੱਕੇ ਨੇ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਸਿੱਖ ਤੇ ਗੁਰੂ ਉਦੋਂ ਇੱਕ ਹੋ ਜਾਂਦੇ ਨੇ। ਸਿਧਾਂਤਕ ਤੌਰ ਤੇ ਅੰਤਰ ਆਤਮੇ ਜਦੋਂ ਮੇਲ ਹੋ ਜਾਂਦਾ ਹੈ, ਜੇ ਸਿੱਖ ਨੇ ਆਪਣੇ ਆਪੇ ਨੂੰ ਅੰਦਰ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਖਤਮ ਹੋ ਗਏ ਤੇ ਅੰਦਰ ਬ੍ਰਹਮ ਦੀ ਸਿਖਿਆਤਾਕਾਰ ਹੋ ਗਈ। ਬ੍ਰਹਮ ਗਿਆਨ ਹੋਣ ਤੋਂ ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਦਾ ਕੋਈ ਵੀ ਅੰਤਰਾ ਨਹੀਂ ਰਹਿੰਦਾ ਹੈ, ਇੱਕ ਰੂਪ ਹੋ ਜਾਂਦੇ ਨੇ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ, ਸਾਈਂ ਜਿਹਿਆ ਉਹ ਰੱਬ ਵਰਗੇ ਹੋ ਜਾਂਦੇ ਨੇ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਦਿਓ, ਜਲ ਹੀ ਵਿਖੇ ਸਮਾਏ। ਤੇ ਇਸ ਪ੍ਰਕਾਰ ਭਾਈ ਦਇਆ ਸਿੰਘ ਮੇਰਾ ਰੂਪ ਹਨ, ਜਿਹੜੇ ਵਚਨ ਸਤਿਗੁਰਾਂ ਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪ੍ਰਮਾਤਮਾ ਦਾ ਨਿਵਾਸ, ਗੁਰੂ ਦਾ ਨਿਵਾਸ ਉਸ ਥਾਂ ਤੇ ਹੈ, ਸਿੱਖ ਦੇ ਉਸ ਹਿਰਦੇ 'ਚ ਹੈ ਜਿਹੜਾ ਸੁੱਧ ਹਿਰਦਾ ਹੈ। ਹਰ ਥਾਂ ਤੇ ਨਿਵਾਸ ਨਹੀਂ ਹੋ ਸਕਦਾ। ਖਾਲਸੇ ਦਾ ਲਿਬਾਸ ਪਹਿਨਣਾ ਅਲੱਗ ਬਾਤ ਹੈ, ਖਾਲਸਾ ਹੋਣਾ ਅਲੱਗ ਬਾਤ ਹੈ। ਸਤਿਗੁਰਾਂ ਨੇ ਜੋ ਖਾਲਸੇ ਦੇ ਲੱਛਣ ਦੱਸੇ ਹਨ, ਉਹ ਹਰ ਇੱਕ ਦੇ ਵੱਸ ਦੀ ਬਾਤ ਨਹੀਂ, ਪਰ ਫਿਰ ਵੀ ਸਤਿਗੁਰੂ ਕਿਰਪਾ ਕਰਨ, ਪੰਜ ਕਕਾਰਾਂ ਦੀ ਰਹਿਤ ਰਹਿ ਜਾਏ, ਚਾਰੇ ਬੱਜਰ ਕਰਹਿਤਾਂ ਤੋਂ ਬਚਿਆ ਜਾਏ, ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਦਾ ਤੇ ਸੋਦਰ ਦੀ ਬਾਣੀ ਦਾ ਸ਼ਾਮ ਦੇ ਵਕਤ, ਸੌਣ ਵੇਲੇ ਸੋਹਲੇ ਜੀ ਦਾ ਪਾਠ ਤੇ ਧਰਮ ਦੀ ਕਿਰਤ, ਸੱਚ ਬੋਲਣ ਵਿੱਚ ਵਿਸ਼ਵਾਸ, ਇਤਨਾ ਵੀ ਨਿਭ ਜਾਏ, ਇਹਦੇ ਨਾਲ ਵੀ ਜ਼ਿੰਦਗੀ ਸਫਲੀ ਹੋ ਜਾਂਦੀ ਹੈ। ਗੁਰੂ ਦੀਆਂ ਬਹੁਤ ਬਖਸ਼ਾਂ ਮਿਲ ਜਾਂਦੀਆਂ ਹਨ। ਆਉਣ ਵਾਲਾ ਸਮਾਂ, ਅਗਲਾ ਜਨਮ ਗੁਰਸਿੱਖਾਂ ਦੇ ਘਰ ਵਿੱਚ ਮਿਲ ਜਾਂਦਾ ਹੈ, ਭਗਤੀ ਦਾ ਵਾਤਾਵਰਨ ਮਿਲ ਜਾਂਦਾ ਹੈ, ਹੌਲੀ ਹੌਲੀ ਭਗਤੀ ਕਰਕੇ ਗਿਆਨ ਤੱਕ ਪਹੁੰਚ ਜਾਂਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਦਇਆ ਸਿੰਘ ਮਮ ਰੂਪ ਉਦਾਰਾ, ਮੇਰਾ ਹੀ ਸਰੂਪ ਹੈ ਭਾਈ ਦਇਆ ਸਿੰਘ। ਸ਼ਬਦ ਸਾਧ ਸੰਗਤ ਜੀ, ਕਿਉਂਕਿ ਵਿਸਾਖੀ ਦਾ ਦਿਹਾੜਾ ਵੀ ਆ ਰਿਹਾ ਹੈ, ਥੋੜਾ ਥੋੜਾ ਨਾਲ ਉਸ ਪੱਖ ਦੀ ਵਿਚਾਰ ਵੀ ਤੇ ਅੱਜ ਹੀ ਹੋ ਸਕਦੀ ਹੈ। ਅੱਗੇ ਚੱਲ ਕੇ ਸਾਧ ਸੰਗਤ ਜੀ ਬੜੀ ਬਰੀਕ ਵਿਚਾਰ ਸ਼ੁਰੂ ਹੋਣ ਵਾਲੀ ਹੈ। ਭਾਈ ਦਇਆ ਸਿੰਘ ਜੀ ਜਾਂ ਧਰਮ ਸਿੰਘ ਜੀ, ਜਿਨ੍ਹਾਂ ਨੇ ਆਪਣੇ ਸ਼ੀਸ਼ ਦਿੱਤੇ ਹੈ, ਤੇ ਇਹਦੇ ਵਿੱਚ ਅੰਮ੍ਰਿਤ ਛਕਾਉਣ ਤੋਂ ਬਾਅਦ, ਗੁਰੂ ਨੇ ਸੀਸ ਲੈਣ ਤੋਂ ਬਾਅਦ, ਉਹਨਾਂ ਦਾ ਨਾਮ ਫਿਰ ਪਹਿਲਾ ਦਾ ਨਾਮ ਭਾਵੇਂ ਉਹੀ ਰਿਹਾ, ਪਰ ਨਾਲ ਸ਼ਬਦ ਪਿਆਰੇ ਦਿੱਤਾ ਹੈ। ਪੰਜ ਪਿਆਰੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਆਪ ਸੂਝਵਾਨ ਗੁਰਮੁਖ ਬੈਠੇ ਹੋ ਕਿ ਦੋ ਸ਼ਬਦ ਸਾਡੇ ਸਮਾਜ ਵਿੱਚ ਚੱਲਦੇ ਹੈ, ਇੱਕ ਤਾਂ ਪਿਆਰਾ ਤੇ ਇੱਕ ਪੂਰਾ। ਇਹ ਅਸੀਂ ਕਦੋਂ ਵਰਤਦੇ ਹਾਂ? ਜਦੋਂ ਕੋਈ ਸੰਸਾਰਿਕ ਯਾਤਰਾ ਆਪਣੀ ਸਮਾਪਤ ਕਰ ਦੇਵੇ, ਉਸ ਵੇਲੇ ਕੁਝ ਲੋਕ ਕਹਿੰਦੇ ਆ ਕਿ ਜੀ ਫਲਾਨਾ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਉਦੋਂ ਸਮਾਜ ਨੂੰ ਬਾਤ ਸਮਝ ਆ ਜਾਂਦੀ ਹੈ ਕਿ ਉਹ ਸੰਸਾਰ ਵਿੱਚ ਨਹੀਂ ਰਿਹਾ ਹੈ ਤੇ ਉਹ ਜਿਉਂਦਾ ਜਿਉਂਦਾ ਰੱਬ ਨੂੰ ਪਿਆਰਾ ਨਹੀਂ ਹੋ ਸਕਿਆ। ਤੇ ਫਿਰ ਇਹ ਸ਼ਬਦ ਉਦੋਂ ਮਿਲਿਆ ਜਦੋਂ ਸੰਸਾਰ ਵਿੱਚ ਜੀਵਤ ਨਹੀਂ ਰਿਹਾ। ਅਸਲ ਵਿੱਚ ਪਿਆਰਾ ਸ਼ਬਦ ਜਿਹੜਾ ਹੈ, ਇਹ ਜਿਉਂਦਿਆਂ ਨੂੰ ਮਿਲਦਾ ਨਹੀਂ ਹੈ, ਇਹ ਮਿਲਦਾ ਹੀ ਮਰਿਆਂ ਨੂੰ ਹੈ। ਤੇ ਭਾਈ ਦਇਆ ਸਿੰਘ ਨੂੰ ਸ਼ਬਦ ਉਦੋਂ ਮਿਲਿਆ, ਪੰਜਾਂ ਪਿਆਰਿਆਂ ਨੂੰ ਉਦੋਂ ਮਿਲਿਆ ਜਦੋਂ ਉਹ ਸੰਸਾਰਕ ਯਾਤਰਾ ਆਪਣੀ ਸਮਾਪਤ ਕਰ ਦਿੱਤੀ, ਸੀਸ ਗੁਰੂ ਨੂੰ ਅਰਪਣ ਦੇ ਦਿੱਤਾ। ਮਹਾਰਾਜ ਸਾਹਿਬ ਜੀ ਕਹਿੰਦੇ, ਹੁਣ ਤੁਸੀਂ ਮੇਰੇ ਪਿਆਰੇ ਹੋ। ਰੱਬ ਨੂੰ ਪਿਆਰਾ ਹੀ ਉਹ ਹੁੰਦਾ ਹੈ। ਸੰਸਾਰਕ ਯਾਤਰਾ ਸਮਾਪਤ ਕਰ ਦਿੱਤੀ, ਆਪਣਾ ਆਪਾ ਸਮਰਪਿਤ ਕਰ ਦਿੱਤਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਫਿਰ ਪਿਆਰਾ ਸ਼ਬਦ ਮਿਲਿਆ। ਜਿੱਥੇ ਪਿਆਰਾ ਸ਼ਬਦ ਮਿਲਦਾ ਹੈ,
ਉੱਥੇ ਇਹਦੇ ਨਾਲ ਇੱਕ ਹੋਰ ਵਿਚਾਰ ਹੈ ਕਿ ਸਾਰੀ ਜ਼ਿੰਦਗੀ ਬੰਦਾ ਅਧੂਰਾ ਰਹਿੰਦਾ ਹੈ। ਕੁਛ ਨਾ ਕੁਛ ਜ਼ਿੰਦਗੀ ਭਰ ਉਹਨੂੰ ਸਿੱਖਿਆ ਮਿਲਦੀ ਹੀ ਜਾਂਦੀ ਹੈ। ਵਕਤ ਅਖੀਰ ਤੱਕ ਇਹ ਸੋਚਦਾ ਵੀ ਇਸ ਗੱਲ ਦਾ ਮੈਨੂੰ ਪਹਿਲਾਂ ਗਿਆਨ ਨਹੀਂ ਸੀ, ਅੱਜ ਪਤਾ ਚੱਲਿਆ। ਮਰਨ ਵੇਲੇ ਤੱਕ ਐਸਾ ਹੀ ਹੁੰਦਾ ਰਹਿੰਦਾ ਹੈ ਕਿ ਜੀ ਆਹ ਨਵੀਂ ਗੱਲ ਦਾ ਪਤਾ ਚੱਲਿਆ, ਇਹਦਾ ਮਤਲਬ ਅਧੂਰਾ ਸੀ। ਜ਼ਿੰਦਗੀ ਪਰ ਅਧੂਰਾ ਰਹਿੰਦਾ ਹੈ, ਪਰ ਜਿਸ ਵੇਲੇ ਕੋਈ ਮਰ ਜਾਂਦਾ ਹੈ ਉਸ ਵੇਲੇ ਉਹਨੂੰ ਕਿਹਾ ਜਾਂਦਾ ਹੈ ਇਹ ਫਲਾਨਾ ਸਿੰਘ ਪੂਰਾ ਹੋ ਗਿਆ। ਮਰਨ ਤੋਂ ਹੀ ਪੂਰਾ ਸ਼ਬਦ ਮਿਲਦਾ ਹੈ, ਮਰਨ ਤੋਂ ਹੀ ਪਿਆਰਾ ਸ਼ਬਦ ਮਿਲਦਾ ਹੈ। ਪਿਆਰਾ ਤੇ ਪੂਰਾ ਦੋ ਸ਼ਬਦ ਇਹ ਜਿਉਂਦਿਆਂ ਨੂੰ ਨਹੀਂ ਮਿਲਦੇ। ਆਪਣਾ ਆਪਾ ਸਮਰਪਿਤ ਕਰ ਦਿੱਤਾ ਤੇ ਫਿਰ ਉਹਨਾਂ ਨੂੰ ਪਿਆਰੇ ਸ਼ਬਦ ਵੀ ਮਿਲਿਆ ਤੇ ਪੂਰੇ ਸ਼ਬਦ ਵੀ ਮਿਲਿਆ। ਪੰਜ ਪਿਆਰੇ ਜਿਹੜੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹ ਜਿੱਥੇ ਗੁਰੂ ਨੂੰ ਪਿਆਰੇ ਹੋ ਗਏ ਉੱਥੇ ਪੂਰੇ ਵੀ ਹੋ ਗਏ। ਗੁਰੂ ਜਿੰਨੀ ਸਮਰੱਥਾ ਵੀ ਇਹਨਾਂ ਵਿੱਚ ਆ ਗਈ, ਕਿਉਂਕਿ ਜਦੋਂ ਜਗਦੇ ਹੋਏ ਦੀਵੇ ਤੋਂ ਕੋਈ ਦੂਸਰਾ ਦੀਵਾ ਜਗ ਜਾਏ ਉਹਦੀ ਰੋਸ਼ਨੀ ਉਹਦੇ ਨਾਲੋਂ ਕਮ ਨਹੀਂ ਹੁੰਦੀ। ਇਹ ਨਹੀਂ ਵੀ ਪਹਿਲੇ ਦੀਵੇ ਦੀ ਰੋਸ਼ਨੀ ਜ਼ਿਆਦਾ ਹੈ, ਜਿਹੜਾ ਦੀਵੇ ਤੋਂ ਦੀਵਾ ਜਗਿਆ ਉਹਦੀ ਰੋਸ਼ਨੀ ਕਮ ਹੈ, ਐਸਾ ਨਹੀਂ ਹੁੰਦਾ ਕਦੇ ਵੀ। ਦੀਵਾ ਵਲਦਾ ਦੀਵਿਓ ਸੰਸਰ ਪਰਵਾਣਾ, ਭਾਈ ਗੁਰਦਾਸ ਸਾਹਿਬ ਜੀ, ਬਰਾਬਰ ਦਾ ਚਾਨਣਾ ਹੈ। ਇਸ ਕਰਕੇ ਪੰਜੇ ਪਿਆਰਿਆਂ ਦੇ ਅੰਦਰ ਗੁਰੂ ਨੇ ਆਪਣਾ ਆਪ ਰੱਖ ਦਿੱਤਾ। ਪੰਜੇ ਪਿਆਰਿਆਂ ਨੂੰ ਜਿੱਥੇ ਅਕਾਲ ਪੁਰਖ ਦੇ ਪਿਆਰੇ ਕਰ ਦਿੱਤਾ ਤੇ ਉੱਥੇ ਗੁਰੂ ਸਾਹਿਬ ਨੇ ਆਪਣਾ ਸਰੂਪ ਦੇ ਕੇ ਪੂਰੇ ਵੀ ਕਰ ਦਿੱਤਾ। ਇਸ ਵਾਸਤੇ ਫਿਰ ਕਿਹਾ ਖਾਲਸਾ ਮੇਰੋ ਸਤਿਗੁਰ ਪੂਰਾ। ਸਤਿਗੁਰੂ ਮੇਰਾ ਪੂਰਾ ਸਤਿਗੁਰੂ ਹੈ ਖਾਲਸਾ। ਪੰਜੇ ਪਿਆਰੇ ਸੰਪੂਰਨ ਗੁਰੂ ਰੂਪ ਦੇ ਵਿੱਚ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਇਸ ਕਰਕੇ ਸਾਰੇ ਗੁਣ ਭਾਈ ਦਇਆ ਸਿੰਘ ਵਿੱਚ, ਪੰਜਾਂ ਪਿਆਰਿਆਂ ਦੇ ਵਿੱਚ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਦਇਆ ਸਿੰਘ ਮਮ ਰੂਪ ਉਦਾਰਾ, ਭਾਈ ਦਇਆ ਸਿੰਘ ਮੇਰਾ ਆਪਣਾ ਖਾਸ ਰੂਪ ਹਨ। ਕਰੋ ਪ੍ਰਸ਼ਨ ਜਿਤ ਕੁਰਚ ਹੋਏ। ਕਲਗੀ ਵਾਲੇ ਸਤਿਗੁਰੂ ਬੋਲੇ ਜਿੰਨੀ ਵੀ ਤੁਹਾਡੀ ਰੁਚੀ ਹੋਵੇ, ਜੋ ਇੱਛਾ ਹੈ ਤੁਸੀਂ ਪ੍ਰਸ਼ਨ ਕਰੋ, ਉਹਦਾ ਉੱਤਰ ਭਾਈ ਦਇਆ ਸਿੰਘ ਦੇਣਗੇ ਮੇਰੇ ਵੱਲੋਂ। ਪਰ ਦੇਣਗੇ ਭਾਈ ਦਇਆ ਸਿੰਘ, ਇਹ ਗੁਰੂ ਦੀ ਆਪਣੀ ਖੇਡ ਹੈ ਕਿ ਆਪਣੀ ਰਸਨਾ ਤੋਂ ਉੱਤਰ ਨਹੀਂ ਦਿੱਤਾ, ਭਾਈ ਦਇਆ ਸਿੰਘ ਦੀ ਰਸਨਾ ਤੋਂ ਉੱਤਰ ਦਿਵਾਉਣਾ ਹੈ। ਉਹ ਅੱਗੇ ਚੱਲ ਕੇ ਖੁੱਲੇਗੀ ਬਾਤ। ਭਾਈ ਦਇਆ ਸਿੰਘ ਨੂੰ ਇਹ ਮਾਣ ਸਤਿਗੁਰਾਂ ਨੇ ਦਿੱਤਾ ਹੈ। ਉੱਤਰ ਕਹੈ ਸਗਲ ਹੀ ਸੋਏ। ਮਹਾਰਾਜ ਅੱਜ ਸਾਬਤ ਕਰਨਾ ਚਾਹੁੰਦੇ ਨੇ, ਸੰਸਾਰ ਨੂੰ ਦੱਸਣਾ ਚਾਹੁੰਦੇ ਨੇ ਕਿ ਦਇਆ ਸਿੰਘ ਦੇ ਵਿੱਚ ਸੀਸ ਦੇਣ ਤੋਂ, ਪਿਆਰੇ ਬਣ ਤੋਂ, ਪੂਰੇ ਬਣ ਤੋਂ ਗੁਰੂ ਜਿੰਨੀ ਸਮਰੱਥਾ ਭਾਈ ਦਇਆ ਸਿੰਘ ਵਿੱਚ ਹੈ। ਸਿੱਖ ਗੁਰੂ ਦਾ ਸਰੂਪ ਹੋਇਆ, ਗੁਰੂ ਦਾ ਸਰੂਪ ਬਣ ਕੇ ਵੀ ਸਿੱਖ ਇਹ ਕਦੀ ਨਹੀਂ ਕਹਿੰਦਾ ਕਿ ਮੈਂ ਗੁਰੂ ਦਾ ਸਰੂਪ ਬਣਿਆ, ਮੈਂ ਪੂਰਾ ਹੋ ਗਿਆ। ਇਹੀ ਤਾਂ ਫਿਰ ਅਧੂਰਾਪਣ ਹੋਏਗਾ ਜੇ ਕਹੇਗਾ ਮੈਂ ਪੂਰਾ ਬਣ ਗਿਆ। ਦਾਸਾਂ ਦਾ ਦਾਸ ਰਹਿਣਾ। ਸੋ ਇਹ ਮਰਿਆਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿੰਦੇ ਦਇਆ ਸਿੰਘ ਮਮ ਰੂਪ ਉਦਾਰਾ, ਕਰੋ ਪ੍ਰਸ਼ਨ ਜੇਤ ਕੁਰਚ ਹੋਏ, ਉੱਤਰ ਕਹੈ ਸਗਲ ਹੀ ਸੋਏ। ਜੋ ਵੀ ਤੁਸੀਂ ਪ੍ਰਸ਼ਨ ਕਰੋਗੇ ਉਹਦਾ ਉੱਤਰ ਭਾਈ ਦਇਆ ਸਿੰਘ ਜੀ ਖੋਲ ਕੇ ਦੇਣਗੇ। ਇਹ ਬਚਨ ਕਲਗੀ ਵਾਲੇ ਸਤਿਗੁਰੂ ਨੇ ਕੀਤਾ। ਇਮ ਕਹਿ ਕੇ ਗੁਰ ਅੰਤਰ ਗਏ। ਇਹ ਕਹਿ ਕੇ ਸਤਿਗੁਰੂ ਮਹਾਰਾਜ ਦਾ ਸਮਾਂ ਹੋਇਆ ਸੀ ਮਹਿਲਾਂ ਨੂੰ ਜਾਣ ਦਾ। ਪ੍ਰਸ਼ਨ ਉਸ ਵੇਲੇ ਸਿੱਖਾਂ ਨੇ ਕੀਤਾ ਜਦੋਂ ਸਤਿਗੁਰਾਂ ਦਾ ਸਭਾ ਚੋਂ ਉੱਠਣ ਦਾ ਸਮਾਂ ਹੋਇਆ ਸੀ। ਇਹ ਕਹਿ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ
ਮਹਿਲਾਂ ਨੂੰ ਚਲੇ ਗਏ ਹਨ। ਅਪਰ ਸਰਬ ਤਹਿ ਬੈਠਤ ਭਏ। ਆਪਰ ਕਈਏ ਹੋਰ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਸਿੰਘ ਨੇ, ਸਾਰੀ ਸੰਗਤ ਉਸੇ ਤਰ੍ਹਾਂ ਬੈਠੀ ਹੈ। ਤੇ ਕਿਉਂਕਿ ਬਚਨ ਕੀਤਾ ਮਹਾਰਾਜ ਨੇ ਵੀ ਭਾਈ ਦਇਆ ਸਿੰਘ ਉੱਤਰ ਦੇਣਗੇ, ਕੇਵਲ ਸਤਿਗੁਰੂ ਗਏ ਆ, ਬਾਕੀ ਸਾਰੀ ਸੰਗਤ ਬੈਠੀ ਹੈ ਸੁਣਨ ਵਾਸਤੇ। ਜੋ ਸਿੱਖਾਂ ਦੇ ਮਨ ਵਿੱਚ ਇਹ ਸੰਸ਼ੈ ਵੀ ਕਰਮ ਕੀ ਹੈ, ਇਸ ਕਰਕੇ ਸਿੰਘ ਬੈਠੇ ਹਨ। ਨਿਰਣੈ ਕਰਨ ਬਿਖੈ ਚਿਤ ਦਇਓ। ਸਾਰਿਆਂ ਦੀ ਚਿੱਤ ਵਿਰਤੀ ਇਕਾਗਰ ਹੋ ਕਰਕੇ ਕਿ ਅੱਜ ਕਰਮ ਦਾ ਨਿਰਣਾ ਹੋਏਗਾ। ਕਰਮ ਕੀ ਹੈ, ਇਹਦੇ ਵਿੱਚ ਸਾਰਿਆਂ ਦੀ ਰੁਚੀ ਬਣੀ ਹੋਈ ਹੈ। ਜਿਵੇਂ ਆਪ ਸਾਰੀਆਂ ਸੰਗਤਾਂ ਉਸ ਵੇਲੇ ਦੀ ਇਸ ਵਾਰਤਾ ਨੂੰ ਸੁਣਨ ਵਾਸਤੇ ਕਈ ਦਿਨ ਤੋਂ ਐਸੀ ਵਿਚਾਰ ਸੁਣਦੇ ਆ ਰਹੇ ਹੋ ਕਿ ਕਰਮ ਕਥਾ ਆਰੰਭ ਹੋਣ ਵਾਲੀ ਹੈ, ਕਰਮ ਦੀ ਵਿਚਾਰ ਹੋਣ ਵਾਲੀ ਹੈ। ਰੁਚੀ ਨਾਲ ਆਇਓ, ਬੜੀ ਇਕਾਗਰਤਾ ਵਿੱਚ ਬੈਠੇ ਹੋ। ਔਰ ਹੈ ਵੀ ਬੜੀ ਅਹਿਮ ਬਾਤ ਹੈ, ਸਾਡੇ ਜੀਵਨ ਦੇ ਹਰ ਮੋੜ ਤੇ ਕੰਮ ਆਉਣ ਵਾਲੀ ਬਾਤ ਹੈ। ਜਿੱਥੇ ਕਿਥੇ ਵੀ ਸਾਡੇ ਮਨ ਦੇ ਅੰਦਰ ਸਿੱਥਲਪਣਾ ਆਉਂਦਾ ਹੈ, ਕਮਜ਼ੋਰੀ ਆਉਂਦੀ ਹੈ, ਐਸਾ ਕਿਉਂ ਹੈ? ਉਹਨਾਂ ਸੈਂਕੜੇ ਪ੍ਰਸ਼ਨਾਂ ਦਾ ਉੱਤਰ ਇਹ ਕਰਮ ਕਥਾ ਹੈ। ਇਥੋਂ ਆਤਮਿਕ ਬਲ ਮਿਲੇਗਾ। ਕਮਜ਼ੋਰ ਤੇ ਕਮਜ਼ੋਰ ਇਹ ਇਰਾਦੇ ਵਾਲੇ ਮਜ਼ਬੂਤ ਹੋ ਜਾਂਦੇ ਨੇ। ਇਹ ਤਾਂ ਬਾਤ ਹੀ ਕੋਈ ਨਹੀਂ, ਤਾਂ ਹੋਣਾ ਹੀ ਸੀ ਐਸਾ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਸਾਰਾ ਦੁਖੀ ਹੈ। ਔਰ ਦੁਖੀ ਕਿਸੇ ਨੇ ਨਹੀਂ ਕੀਤਾ ਸੰਸਾਰ ਨੂੰ, ਆਪਣੇ ਕਰਮ ਤੇ ਦੁਖੀ ਹੈ। ਇਹ ਕਰਮ ਕਥਾ ਦੇ ਅੰਦਰ ਕੋਈ ਲੰਮੀਆਂ ਸਾਖੀਆਂ ਨਹੀਂ ਆਉਣਗੀਆਂ, ਬਲਕਿ ਇਸ ਨੂੰ ਜਿੱਥੇ ਕਿਤੇ ਬਹੁਤ ਗਹਿਰਾਈ ਵਾਲੀਆਂ ਬਾਤਾਂ ਨੇ ਤੇ ਉਹਨਾਂ ਨੂੰ ਸਹਿਜ ਕਰਨ ਵਾਸਤੇ ਸਾਖੀਆਂ ਨਾਲ ਢੁਕਵੀਆਂ ਕਿਤੇ ਕਿਤੇ ਆਪਾਂ ਨੂੰ ਕੋਲੋਂ ਲਾਉਣੀਆਂ ਪੈਣਗੀਆਂ। ਉਸ ਵਿਚਾਰ ਦੇ ਨਾਲ ਮਿਲਦੀ ਬਾਤ ਕਿ ਸਮਝ ਆ ਜਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਕਹਿ ਕੇ ਅੰਤਰ ਚਲੇ ਗਏ ਨੇ, ਮਹਿਲਾਂ ਵਿੱਚ ਚਲੇ ਗਏ ਨੇ ਤੇ ਸਾਰੇ ਰੁਚੀ ਧਾਰ ਕੇ ਬੈਠੇ ਆ ਸਤਿਗੁਰੂ ਜੀ। ਜੋ ਭਾਈ ਦਇਆ ਸਿੰਘ ਨੂੰ ਸਾਰਿਆਂ ਦੇ ਮਨ ਵਿੱਚ ਸ਼ਰਧਾ ਹੋ ਗਈ। ਭਾਈ ਦਇਆ ਸਿੰਘ ਤੇ ਵਿਸ਼ੇਸ਼ ਕਰਕੇ ਨਿਖਾ ਹੋ ਗਈ ਸਾਰਿਆਂ ਦੀ। ਇਹ ਕਲਗੀ ਵਾਲੇ ਸਤਿਗੁਰੂ ਵਰਗਾ ਹੀ ਸਤਿਕਾਰ ਭਾਈ ਦਇਆ ਸਿੰਘ ਦਾ ਸਿੰਘਾਂ ਦੇ ਮਨ ਵਿੱਚ ਹੋ ਗਿਆ। ਸਤਿਕਾਰ ਤਾਂ ਪਹਿਲਾਂ ਵੀ ਸੀ, ਕੋਈ ਸਭ ਤੋਂ ਪਹਿਲਾਂ ਉੱਠੇ ਤੇ ਸੀਸ ਦੇਣ ਵਾਸਤੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਖੇਡ ਐਸੀ ਵਰਤਾ ਦਿੱਤੀ, ਅੱਜ ਸਾਬਤ ਕਰਨ ਲੱਗੇ ਨੇ ਕਿ ਖਾਲਸਾ ਮੇਰੋ ਰੂਪ ਹੈ। ਖਾਸ ਕਿਵੇਂ ਹੈ? ਭਾਈ ਦਇਆ ਸਿੰਘ ਦੇ ਰੂਪ ਵਿੱਚ ਸਿੱਖ ਨੂੰ ਆਪਣਾ ਆਪਾ ਤੇ ਆਪਣਾ ਸੁਭਾਅ, ਆਪਣਾ ਗਿਆਨ, ਆਪਣਾ ਅਨੁਭਵ ਸਿੱਖ ਦੇ ਹਿਰਦੇ ਦੇ ਵਿੱਚੋਂ ਕਿਵੇਂ ਪੈਦਾ ਕਰ ਰਹੇ ਹਨ, ਉਹ ਵਿਚਾਰ ਆ ਰਹੀ ਹੈ। ਦਇਆ ਸੰਗਤ ਬੁਰਤ ਭਇਓ। ਤੇ ਜਦੋਂ ਕਲਗੀ ਵਾਲੇ ਸਤਿਗੁਰੂ ਤਾਂ ਮਹਿਲਾਂ ਵਿੱਚ ਜਾ ਬਰਾਜੇ, ਸੰਗਤਾਂ ਇਕਾਗਰ ਚਿੱਤ ਹੋ ਕਰਕੇ ਬੈਠ ਗਈਆਂ। ਸਿੰਘਾਂ ਨੇ ਕਿਹਾ ਹੱਥ ਜੋੜ ਕੇ, ਭਾਈ ਦਇਆ ਸਿੰਘ ਜੀ ਆ ਹੁਣੇ ਹੁਣ ਕਲਗੀ ਵਾਲੇ ਦੀ ਰਸਨਾ ਤੋਂ ਅਸੀਂ ਸੁਣ ਚੁੱਕੇ ਹਾਂ ਕਿ ਆਪ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਕਲਗੀ ਵਾਲੇ ਸਤਿਗੁਰੂ ਨੇ ਕਿਹਾ ਕਿ ਦਇਆ ਸਿੰਘ ਵਿਸ਼ੇਸ਼ ਕਰਕੇ ਮੇਰਾ ਰੂਪ ਹੈ। ਤੁਸਾਂ ਨੇ ਉੱਤਰ ਦੇਣੇ ਨੇ, ਇਸ ਕਰਕੇ ਹੁਣ ਕਥਾ ਆਰੰਭ ਕਰੋ। ਭਾਈ ਦਇਆ ਸਿੰਘ ਜੀ ਕਹਿੰਦੇ ਪਹਿਲਾਂ ਕਥਾ ਆਰੰਭ ਕਰਨ ਤੋਂ ਇਹ ਕਥਾ ਸਰਵਣ ਕਰ ਲਓ ਜਿਹੜੀ ਹੁਣੇ ਹੁਣ ਵਰਤੀ ਹੈ। ਕਰਮ ਦੀ ਕਥਾ ਦਾ ਮੈਂ ਬਾਅਦ ਚ ਸੁਣਾਉਣਾ, ਤੇ ਤੁਹਾਨੂੰ ਕਿਤੇ ਭੁਲੇਖਾ ਨਾ ਰਹਿ ਜੇ ਗੁਰੂ ਪਿਆਰਿਓ, ਕਿਤੇ ਇਹ ਭੁਲੇਖਾ ਨਾ ਖਾ ਜਾਇਓ। ਮੈਂ ਆਪਣੇ ਆਪ ਨੂੰ ਸਪਸ਼ਟ ਕਰਨਾ ਚਾਹੁੰਦਾ, ਮੈਂ ਕੀ ਹਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸਰਬ ਪ੍ਰਕਾਰ ਗੁਰੂ ਸਰਵਗੈ। ਬਸ ਗੁਰੂ ਹੀ ਸਰਵੱਗ ਹੈ, ਨਾ ਮੈਂ ਨਾ ਕੋਈ ਹੋਰ, ਕੋਈ ਸਰਵੱਗ ਨਹੀਂ ਹੈ। ਦੇਖੋ ਸਿੱਖ ਦੀ ਨਿਮਰਤਾ, ਐਡੀ ਵੱਡੀ ਪਦਵੀ ਪ੍ਰਾਪਤ ਕਰਕੇ ਸਿੱਖ ਦੇ ਬੋਲ ਦੇਖੋ ਕੈਸੇ ਨੇ। ਸੰਸਾਰ ਦੀ ਹਾਲਤ ਕੀ ਹੈ? ਜਬ ਕੁਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਐਡਾ ਵੱਡਾ ਮਾਣ ਪ੍ਰਾਪਤ ਹੋ ਜਾਣਾ। ਕਲਗੀ ਬਾਰੇ ਤਾਂ ਸਤਿਗੁਰੂ ਦਾ ਕਿਤੇ ਥਾਪੜਾ ਹਾਥੀ ਕਿਸੇ ਦੇ ਪਿੱਠ ਤੇ ਜਾ ਟਿਕਦਾ ਸੀ, ਉਹ ਕਹਿੰਦਾ ਸੀ ਮੇਰੀ ਕਲਿਆਣ ਹੋ ਗਈ। ਸਤਿਗੁਰੂ ਦੀ ਨਿਗਾਹ ਕਿਸੇ ਵੱਲ ਹੋ ਜਾਂਦੀ ਸੀ, ਪਲ ਵਿੱਚ ਕਰਕੇ ਨਜ਼ਰ ਮਿਹਰ ਦੀ ਬਖਸ਼ੇ ਖੁਸ਼ੀ ਖਜ਼ਾਨੇ,
ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸ ਦੇ ਮਸਤਾਨੇ। ਤੇ ਇਹ ਮਾਣ ਪ੍ਰਾਪਤ ਕਰਕੇ ਭਾਈ ਦਇਆ ਸਿੰਘ ਕਹਿੰਦੇ, ਗੁਰੂ ਪਿਆਰਿਓ, ਇਹ ਮੇਰੇ ਸ਼ਹਿਨशाह ਦੀ ਆਦਤ ਹੈ, ਇਹ ਮੇਰੇ ਸ਼ਹਿਨशाह ਦਾ ਸੁਭਾਅ ਹੈ ਕਿ ਨੀਚੋਂ ਊਚ ਕਰੈ ਮੇਰਾ ਗੋਬਿੰਦ। ਨੀਵਿਆਂ ਨੂੰ ਉੱਚੇ ਕਰਦਾ ਹੈ। ਇਹ ਐਸੇ ਕਰਤਵ ਪ੍ਰਮਾਤਮਾ ਅੱਜ ਤੋਂ ਨਹੀਂ, ਮੁੱਢ ਕਦੀਮਾ ਤੋਂ ਕਰਦਾ ਆਇਆ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਾਈਆਂ ਮੇਰੇ ਮਾਥੇ ਛਤਰ ਧਰੈ। ਇਹ ਮੇਰੇ ਮੱਥੇ ਤੇ ਛਤਰ ਧਰਨ ਵਾਲੇ ਸ਼ਹਿਨशाह ਜਦੋਂ ਗੁਰੂ ਇਹ ਬਚਨ ਕਰਦਾ ਸੀ, ਭਾਈ ਦਇਆ ਸਿੰਘ ਕਹਿੰਦੇ ਮੇਰੀ ਨੀਵੀਂ ਪੈ ਗਈ, ਮੇਰੀ ਧੌਣ ਚੁੱਕ ਗਈ ਸੱਚੇ ਪਾਤਸ਼ਾਹ। ਮੈਂ ਉਸ ਵੇਲੇ ਵੀ ਵਚਨ ਕੀਤੇ ਸਨ ਜਦੋਂ ਸੱਚੇ ਪਾਤਸ਼ਾਹ ਨੇ ਹੱਥ ਜੋੜ ਕੇ ਸਾਡੇ ਪੰਜਾਂ ਦੇ ਅੱਗੇ ਕਿਹਾ ਸੀ ਖਲੋ ਕੇ ਕਿ ਮੈਨੂੰ ਵੀ ਅੰਮ੍ਰਿਤ ਛਕਾਓ। ਭਾਈ ਦਇਆ ਸਿੰਘ ਬੈਰਾਗ ਵਿੱਚ ਆ ਗਏ ਸਨ, ਅੱਖਾਂ ਸਜਲ ਹੋ ਗਈਆਂ, ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਇਹ ਕੀ ਕਰਨ ਲੱਗੇ ਹੋ? ਨੀਚਨ ਜੰਤਨ ਕੇ ਹਮ ਬਾਰਕ, ਅਸੀਂ ਨੀਚ ਕੁਲਾਂ ਵਿੱਚ ਪੈਦਾ ਹੋਏ, ਗਰੀਬ ਘਰਾਣਿਆਂ ਵਿੱਚ ਪੈਦਾ ਹੋਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਅਸੀਂ ਉਹ ਹਾਂ ਜਿਨ੍ਹਾਂ ਦੀ ਸੰਸਾਰ ਵਿੱਚ ਕੋਈ ਫੁੱਟੀ ਕੌਡੀ ਕੀਮਤ ਨਹੀਂ ਸੀ। ਪਰ ਅੱਜ ਸ਼ਹਿਨशाह ਤੂੰ ਸਾਨੂੰ ਇੰਨਾ ਮਾਣ ਦੇ ਦਿੱਤਾ, 5 ਪਿਆਰਿਆਂ ਦੀ ਪਦਵੀ ਦੇ ਦਿੱਤੀ, ਤੇ ਪਦਵੀ ਤਾਂ ਇਹੀ ਬਹੁਤ ਵੱਡੀ ਸੀ, ਤੇ ਹੱਥ ਜੋੜ ਕੇ ਖੜੇ ਹੋ ਗਏ ਹੋ ਤੁਸੀਂ ਸਾਡੇ ਅੱਗੇ। ਨੀਚਨ ਜੰਤਨ ਕੇ ਹਮ ਬਾਰਕ, ਤੋ ਕਿਰਪਾ ਕਰ ਤੋਹੇ ਨਿਵਾਜੇ। ਤੇਰੀ ਕਿਰਪਾ ਦੇ ਨਾਲ ਹੀ ਅਸੀਂ ਨਿਵਾਜੇ ਗਏ ਹਾਂ, ਤੇ ਤੁਸੀਂ ਆਪ ਹੱਥ ਜੋੜ ਕੇ ਕਿਉਂ ਖੜੇ ਹੋ ਗਏ? ਸੋ ਗੁਰ ਪੂਰਨ, ਉਹ ਜਿਹੜਾ ਗੁਰੂ ਹਰ ਪੱਖ ਵਿੱਚ ਪੂਰਾ ਹੈ। ਸੋ ਗੁਰ ਪੂਰਨ ਅੰਮ੍ਰਿਤ ਮੰਗਤ, ਖਾਲਸੇ ਅਗਰ ਖਰੇ ਹੋ ਕਰ ਜੋਰੀ। ਹੱਥ ਜੋੜ ਕੇ ਖੜਿਆ ਕਿ ਨਹੀਂ ਬਈ ਮੈਨੂੰ ਇਹ ਦਾਤ ਅਜੇ ਪ੍ਰਾਪਤ ਨਹੀਂ ਹੋਈ, ਸੰਸਾਰ ਨੂੰ ਦੱਸਣਾ ਸੀ ਅੰਮ੍ਰਿਤ ਕੀ ਚੀਜ਼ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਪਾਵਨ ਅੰਮ੍ਰਿਤ ਬਚਨਾਂ ਦੀ ਵਿਆਖਿਆ ਕਹਿੰਦੇ, ਕਰਮ ਕਥਾ ਤੋਂ ਪਹਿਲਾਂ ਹੀ ਬਾਤ ਸਮਝ ਲਓ ਦਇਆ ਸਿੰਘ ਕੀ ਹੈ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ। ਹਾਂਜੀ, ਹਮ ਦਿਨ ਅਗਰ ਕਹਾਂ ਅਲਪਗੈ, ਤੇ ਸਰਬ ਪ੍ਰਕਾਰ ਗੁਰੂ ਸਰਵਗਿਆ ਹੈ। ਸਰਵਗਿਆ ਦਾ ਅਰਥ ਹੁੰਦਾ ਹੈ ਸਰਬ ਦਾ ਗਿਆਤਾ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ। ਸਰਵਗ ਦਾ ਅਰਥ ਹੈ ਸਮਰੱਥ, ਘਟ ਘਟ ਕੇ ਅੰਤਰ ਕੀ ਜਾਣਤ ਨੂੰ ਸਮਰੱਥ ਕਹਿੰਦੇ ਨੇ। ਅੰਤਰ ਜਾਮੇ ਸਭ ਕੁਝ ਜਾਣੈ, ਗੁਰੂ ਹੈ ਸਮਰੱਥ, ਗੁਰੂ ਹੈ ਸਰਵਗਿਆ। ਹਮ ਤਿਨ ਅਗਰ ਕਹਾਂ ਅਲਪਗਿਆ, ਅਸੀਂ ਤਾਂ ਗੁਰੂ ਦੇ ਅੱਗੇ ਅਲਪਗ ਕਹਿੰਦੇ ਨੇ ਅਗਿਆਨੀ ਨੂੰ। ਅਲਪ ਗਿਆਨ ਦਾ ਮਾਲਕ ਅਲਪ ਥੋੜਾ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਵਿਰਦ ਰਖਾਵੋ। ਭਾਈ ਦਇਆ ਸਿੰਘ ਦੇ ਬੋਲਾਂ ਵਿੱਚ ਗੁਰਬਾਣੀ ਦੇ ਸਿਧਾਂਤ ਬੋਲਦੇ ਨੇ। ਜੇਤਾ ਬੋਲਨ ਤੇਤਾ ਗਿਆਨ। ਸਿੱਖ ਕਦੇ ਵੀ ਆਪਣੀ ਮਤ ਦੇ ਨਾਲ ਨਹੀਂ ਬੋਲਦਾ, ਉਹ ਗੁਰੂ ਦੀ ਮਤ ਵਿੱਚ ਬੋਲਦਾ ਹੈ। ਭਾਈ ਦਇਆ ਸਿੰਘ ਜੀ ਕੀ ਜੇ ਕਹਿ ਰਹੇ ਨੇ ਤਾਂ ਪਿੱਛੇ ਗੁਰਬਾਣੀ ਦੀਆਂ ਸੈਂਕੜੇ ਤੁਕਾਂ ਇਹਦੀ ਗਵਾਹੀ ਦੇਣ ਵਾਲੀਆਂ ਨੇ ਕਿ ਭਾਈ ਦਇਆ ਸਿੰਘ ਜੋ ਕੁਝ ਕਿਹਾ ਹੈ, ਅਸੀਂ ਅਲਪੱਗ ਹਾਂ ਜਿਹੜੇ ਜੀਵ। ਭਾਈ ਦਇਆ ਸਿੰਘ ਨੇ ਇਹ ਪਹਿਲਾਂ ਸਪਸ਼ਟ ਕਰਨਾ ਸ਼ੁਰੂ ਕੀਤਾ। ਤੁਮ ਬੋਲੋ ਮੈਂ ਜਥਾ ਬੁਲਾਵੇ। ਹਾਂ, ਇੱਕ ਬਾਤ ਜ਼ਰੂਰ ਹੈ, ਮੈਂ ਜਿਸ ਦਿਨ ਅੰਮ੍ਰਿਤ ਪਾਨ ਕੀਤਾ ਸੀ, ਜਿਸ ਦਿਨ ਸੀਸ ਅਰਪਣ ਕੀਤਾ, ਉਸ ਦਿਨ ਦਇਆ ਸਿੰਘ ਤਾਂ ਮਰ ਚੁੱਕਾ ਹੈ। ਇਹ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ, ਇਹ ਤਾਂ ਇੱਕ ਐਵੇਂ ਮਿੱਟੀ ਦਾ ਖਿਡੌਣਾ, ਮੇਰੇ ਪਾਤਸ਼ਾਹ ਨੇ ਕੋਈ ਖੇਡ ਇਹਦੇ ਦੁਆਰਾ ਜੈਸੀਆਂ ਖੇਡਾਂ ਖੇਡਣੀਆਂ ਨੇ ਖੇਡੇ। ਇਹ ਤਾਂ ਕਠਪੁਤਲੀ ਹੈ ਮੇਰੇ ਸ਼ਹਿਨशाह ਦੀ। ਮੈਂ ਕੁਝ ਵੀ ਨਹੀਂ ਹਾਂ, ਮੈਂ ਨਹੀਂ, ਪ੍ਰਭ ਸਭ ਕੁਝ ਤੇਰਾ, ਸਭ ਕੁਝ ਹੀ ਉਸ ਦਾ ਹੈ। ਸੋ ਇਸ ਵਾਸਤੇ ਕਬੀਰ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਦਇਆ ਸਿੰਘ ਦਾ ਸਰੀਰ ਵੀ ਦਇਆ ਸਿੰਘ ਦਾ ਨਹੀਂ, ਇਹ ਮੈਂ ਹੁਣ ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਤਾਨ ਮਾਨ ਧਨ
ਸਭ ਸੌਂਪ ਗੁਰ ਕੋ। ਤੇ ਹੁਕਮ ਹੋ ਗਿਆ, ਇਸ ਕਰਕੇ ਹੁਕਮ ਮੰਨਿਆ। ਭਾਈ ਹੈ, ਮੈਂ ਹੁਕਮ ਤਾਂ ਮੰਨਾਂਗਾ ਸ਼ਹਿਨਸ਼ਾਹ ਦਾ, ਇਹ ਕਦੀ ਅਵਗਿਆ ਨਹੀਂ ਕਰ ਸਕਦਾ ਕਿ ਕਲਗੀ ਵਾਲੇ ਸਤਿਗੁਰੂ ਦਾ ਹੋਵੇ ਹੁਕਮ ਤੇ ਮੰਨਿਆ ਨਾ ਜਾਏ। ਕਲਗੀ ਵਾਲੇ ਸਤਿਗੁਰੂ ਦਾ ਹੁਕਮ ਧਰਮ ਰਾਜ ਦੀ ਕਚਹਿਰੀ ਤੱਕ ਇੱਥੋਂ ਬਚਨ ਕਰ ਦੇਣ, ਜਾ ਕਾ ਕਹਿਆ ਦਰਗਾਹ ਚੱਲੈ, ਉੱਥੇ ਵੀ ਹੁਕਮ ਚੱਲ ਰਿਹਾ ਪਾਤਸ਼ਾਹ ਦਾ। ਇਹ ਕਦੀ ਨਹੀਂ ਹੋ ਸਕਦਾ ਕਿ ਹੁਕਮ ਦੀ ਅਵਗਿਆ ਹੋ ਜਾਏ। ਗੁਰਸਿੱਖੀ ਦਾ ਸਿੱਖਣਾ, ਗੁਰ ਫਰਮਾਏ ਗੁਰ ਸਿੱਖ ਕਰਨਾ। ਗੁਰਸਿੱਖੀ ਹੈ ਕੀ ਹੋਰ? ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਗੁਰ ਕਹਿਆ ਸਾਕਾਰ ਕਮਾਵੋ। गुर के गृह सेवक जो रहे, गुर की आज्ञा मन में सा है। बस सेवक का एको ही काम है हुक्म मनना, किंतु नहीं करना। गुरु की करा रहे हैं, की नहीं कराना, बस जो हुक्म हो गया। त्रेते युग के इतिहास विच एक बात आउंदी है इस गल दे नाल मेल खाण वाली। भगवान राम जी पुछदे ने हनुमान नूं, कहंदे हनुमान हाँ महाराज, कहंदे ये दस दुनिया दे विच सब तो कठिन कार्य किहड़ा है? सोच के दसी। कहण लगे देख जिहड़े भगत हुंदे है कुछ सवालों के उत्तर भगत ही दे सकते न, विद्वान भी फेल हो जाता है। विद्वान नूं विद्या का मान हुंदा है, भगती वाले नूं अनुभव ज्ञान हुंदा है। कहंदे सोच के दस। हुण उहदा प्रैक्टिकल सी, उहनूं ये उत्तर देना कोई औखा नहीं सी। कहंदा मेरे राम, संसार जिन्होंने बहुत बड़े बड़े काम कहता है, मेरी जिंदगी के अंदर बरतियां घटनावां गवाह हन मेरे राम जी। समुंदर पार करना सौखा जा नहीं हुंदा। तुसीं पुल बन के गए ते मैं एक छाल दे नाल सारा समुंदर पार कर गया सी। मेरे वास्ते ये काम औखा भी औखा नहीं लग्या। सिद्धांत विच ऐसा है कि हर जी से हर जन वडे, हर जी से हर जन वडे, यही नेत भगवान। राम गए पुल बांध के कूद परे हनुमान। कहने लगे देखो थोड़ा जा वजन चकना बड़ा औखा है, पर मैं सारा पर्वत चुक के लिया, मैनू औखा नहीं लगे। समुंदर ते पार लंघना औखा नहीं लग्या। सीता दी खबर लियाउणी मैनू औखी नहीं लगी, पर मैनू एक काम बड़ा औखा लगदा है। ऐ मेरे राम, संसार दे विच सेवक बनना सब तो औखा है। सबसे सेवक कर्म कठोरा। सेवक दा धर्म सब तो कठिन है। क्यों? दिन नूं दिन दुनिया कहती है, पर जे मालक दा हुक्म हो जाए कि दिन नूं रात कह, सेवक नूं रात कहना पैंदा है। रात नूं रात दुनिया कहती है, जे गुरु की खुशी रात नूं दिन कहण विच होवे तां सेवक नूं यही कहना पैंदा जी दिन है। आप जी ने सुनी होगी साखी बहुत बार कि गुरु नानक साहब ने 10 कसवटियां भाई लहणे ते लाइयां। एक ये भी आ उन्हां विच कि अद्धी रात का समा है, आवाज दिती, बेटा श्री चंद नहीं बोले, नींदर आई हुई सी। आवाज दिती श्री चंद, वो नींद दी लोरी दे विच बोले पिता जी की गल है? आवाजा मार दे रात नूं, अद्धी रात है, की गल है? देखो पुछण दे तरीके विच ही भावना दा बड़ा अंतरा हुंदा है। ਇਹਦੇ ਵਿੱਚ ही ਪੁੱਛਣ ਦੇ ਵਿੱਚ ਸ੍ਰੀ ਚੰਦ ਦੇ ਕੁਝ ਔਖਿਆਈ ਸੀ कि रात ਨੂੰ क्यों पिता जी ने आवाज़ां मार ਦਿੱਤੀਆਂ।
ਕੁਝ ਤੰਗੀ ਸੀ। ਗੁਰੂ ਨਾਨਕ ਸਾਹਿਬ ਬੋਲੇ, ਕਹਿੰਦੇ ਬੇਟਾ ਦਿਨ ਚੜ ਗਿਆ ਹੈ, ਬਸਤਰ ਧੋਣ ਵਾਲੇ ਨੇ ਮੇਰੇ, ਤੇ ਉਠੋ ਦੇਖੋ ਦਿਨ ਚੜ ਗਿਆ। ਕਹਿੰਦੇ ਪਿਤਾ ਜੀ ਕਿੱਥੇ ਚੜ ਗਿਆ ਦਿਨ, ਅੱਧੀ ਰਾਤ ਦਾ ਸਮਾਂ, ਸਿਆਣਾ ਸਰੀਰ ਤੁਹਾਡਾ ਹੋ ਗਿਆ, ਤੁਹਾਨੂੰ ਤਾਂ ਨੀਂਦ ਨਹੀਂ ਪੈਂਦੀ, ਤੁਸੀਂ ਸਾਨੂੰ ਵੀ ਨਹੀਂ ਸੌਣ ਦਿੰਦੇ। ਔਰ ਨਾਲ ਇੱਕ ਬਚਨ ਹੋਰ ਵੀ ਇਤਿਹਾਸ 'ਚ ਲਿਖਿਆ, ਕਹਿਣ ਲੱਗੇ ਪਿਤਾ ਜੀ ਤੁਸੀਂ ਆਪਣੀ ਬਾਣੀ ਵਿੱਚ ਲਿਖਿਆ ਹੈ ਨਾ ਕਿ 70 ਕਾ ਮਤਹੀਣ, ਹੁਣ ਤੁਹਾਡੀ ਉਮਰ 17 ਤੋਂ ਉੱਤੇ ਲੰਘ ਗਈ ਹੈ, ਇਸ ਕਰਕੇ ਵੀ ਇਹ ਹੁਣ ਜਿਹੜਾ ਰਾਤ ਨੂੰ ਦਿਨ ਦਿਸਣ ਲੱਗ ਗਿਆ ਨਾ ਤੁਹਾਨੂੰ, ਇਹ ਤੁਹਾਡੀ ਬਾਣੀ ਦੇ ਫਰਮਾਨ ਜਿਹੜੇ ਨੇ ਉਹ ਤੁਹਾਡੇ ਤੇ ਲੱਗਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੂਸਰੀ ਆਵਾਜ਼ ਫਿਰ ਮਾਰੀ, ਬੇਟਾ ਲక్ష్ਮੀ ਦਾਸ ਤੇਰਾ ਭਰਾਤਾ ਤਾਂ ਨਹੀਂ ਉੱਠਿਆ, ਤੂੰ ਹੀ ਉੱਠ। ਕਹਿੰਦੀ ਪਿਤਾ ਜੀ ਬਾਤ ਤਾਂ ਭਰਾ ਦੀ ਠੀਕ ਹੈ, ਬਸ ਉਹਨੇ ਤਾਂ ਉਸੇ ਗੱਲ ਦੇ ਵਿੱਚ ਹੀ ਮੁਕਾ ਦਿੱਤੀ ਗੱਲ। ਜੋ ਗੱਲਾਂ ਭਰਾ ਨੇ ਕਹੀਆਂ ਉਹ ਗੱਲਾਂ ਠੀਕ ਨੇ, ਜੋ ਪਿਤਾ ਨੇ ਕਹੀਆਂ ਉਹ ਠੀਕ ਨਹੀਂ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਦੋਂ ਪਿਤਾ ਦੇ ਵਿਰੋਧ ਵਿੱਚ ਪੁੱਤਰ ਉੱਠ ਖੜੇ, ਸਮਝ ਲਓ ਪੁੱਤਰ ਦੀ ਕਿਸਮਤ ਮਾੜੀ ਹੈ, ਪਿਤਾ ਦੀ ਖੁਸ਼ੀ ਨਹੀਂ ਲੈ ਸਕੇਗਾ, ਆਪਣੀ ਅਕਲ ਹੋਗੀ ਉਹਦੇ ਕੋਲ। ਦੋਨਾਂ ਪੁੱਤਰਾਂ ਦੇ ਟਕੇ ਵਰਗਾ ਜਵਾਬ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਮਾਰੀ, ਸਲਖਣੀਏ ਸੁਣ ਲਿਆ, ਕੱਲ ਨੂੰ ਅਲੰਬਾ ਨਾ ਦਈ, ਤੂੰ ਮੇਰਾ ਜੀਵਨ ਸਾਥੀ ਹੈ, ਤੂੰ ਗਵਾਹ ਹੈ ਨਾ ਇਸ ਗੱਲ ਦੀ ਕਿ ਪੁੱਤਰ ਆਖੇ ਨਹੀਂ ਲੱਗਦੇ। ਲੈ ਵੇਖ ਹੁਣ ਜਰਾ ਕ ਆਵਾਜ਼ ਮਾਰੀ, ਲੈਣਿਆ ਮਹਾਰਾਜ ਸੇਵਕ ਹਾਜ਼ਰ ਹੈ, ਹੁਕਮ ਦੱਸੋ। ਲੈਣਾ ਸਾਰੀ ਰਾਤ ਨਹੀਂ ਸੌਂਦਾ ਤੇ ਪੁੱਤਰ ਸਾਰੀ ਰਾਤ ਨਹੀਂ ਜਾਗਦੇ, ਬੜਾ ਅੰਤਰ ਹੈ। ਲੈਣਿਆ ਹਾਂ ਮਹਾਰਾਜ। ਕਹਿੰਦੇ ਜਾ ਵੇਖ ਕੇ ਆ ਰਾਤ ਕਿਤਨੀ ਬਤੀਤ ਹੋ ਗਈ, ਕਿਤਨੀ ਰਹਿੰਦੀ ਹੈ, ਦੇਖ ਕੇ ਆ ਸਮਾਂ ਕਿਤਨਾ ਹੈ। ਇਹ ਪੁੱਤਰ ਕਹਿੰਦੇ ਨੇ ਅੱਧੀ ਰਾਤ ਦਾ ਸਮਾਂ, ਭਾਈ ਲਹਿਣਾ ਜੀ ਬਾਹਰ ਗਏ, ਵੇਖਦੇ ਨੇ ਬੜੀ ਸਮੱਸਿਆ ਖੜੀ ਹੋ ਗਈ। ਗੁਰੂ ਨਾਨਕ ਦੀ ਅੰਸ਼ ਵੰਸ਼, ਉਹਨਾਂ ਦੀ ਔਲਾਦ, ਸੱਚ ਬੋਲਿਆ ਬਾਬਾ ਸ੍ਰੀ ਚੰਦ ਨੇ, ਭਾਵੇਂ ਸ਼ਬਦ ਗਲਤ ਵਰਤ ਗਏ, ਪਿਤਾ ਦਾ ਅਪਮਾਨ ਕਰਨ ਵਾਲੀ ਬਾਤ ਇੰਨਾ ਹਿੱਸਾ ਗਲਤ ਹੈ, ਪਰ ਬਾਤ ਤਾਂ ਸੱਚ ਹੈ ਵੀ ਹੈ ਤਾਂ ਅੱਧੀ ਰਾਤ। ਤਾਰੇ ਵੇਖੇ, ਕਹਿਣ ਲੱਗਾ ਹੇ ਮੇਰੇ ਪ੍ਰਮਾਤਮਾ ਤੂੰ ਹੀ ਮੇਰੀ ਮਦਦ ਕਰ। ਗੁਰੂ ਦੇ ਪੁੱਤਰ ਫੇਲ ਹੋ ਗਏ ਤੇ ਬਾਤ ਕਿਤੇ ਵਿਗੜ ਨਾ ਜਾਏ। ਉੱਥੇ ਭਾਈ ਲਹਿਣਾ ਜੀ ਇਸ ਕਸ਼ਮਕਸ਼ ਵਿੱਚ ਨਿਰਣਾ ਨਹੀਂ ਕਰ ਸਕੇ। ਕਹਿਣ ਲੱਗੇ ਜੇ ਮੈਂ ਝੂਠ ਬੋਲਦਾ ਫਿਰ ਵੀ ਮੈਂ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦਾ। ਝੂਠ ਬੋਲਣ ਵਾਲਾ ਗੁਰੂ ਨੂੰ ਪ੍ਰਵਾਨ ਨਹੀਂ ਕਦੇ ਵੀ ਹੁੰਦਾ। ਜੇ ਸੱਚ ਬੋਲਦਾ ਤਾਂ ਫਿਰ ਸ੍ਰੀ ਚੰਦ ਵਾਲੀ ਹੋ, ਫਿਰ ਲక్ష్ਮੀ ਦਾਸ ਵਾਲੀ ਹੋ। ਇਹਦਾ ਇੱਕੋ ਹੀ ਹੱਲ ਹੈ। ਇਹ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਜੋ ਸੱਚ ਅੱਖਾਂ ਨਾਲ ਵੇਖ ਲਿਆ ਇੱਕ ਵਾਰੀ ਤਾਂ ਬੋਲਣਾ ਹੀ ਪਏਗਾ। ਇਹ ਬਾਅਦ ਚ ਸਮਝ ਲਈ ਜਾਏਗੀ ਬਾਤ ਜਿਹੜੀ ਹੈ। ਆ ਗਏ ਮਹਾਰਾਜ, ਪਰ ਸਿੱਖ ਹੈ ਨਾ, ਅੰਦਰ ਤੋਂ ਬਲ ਮਿਲ ਗਿਆ ਕੁਝ ਕਹਿਣ ਦਾ। ਕਿਉਂ ਭਾਈ ਲੈਣਾ, ਕਿੰਨੀ ਰਾਤ ਬਤੀਤ ਹੋ ਗਈ, ਕਿੰਨੀ ਕੁ ਰਾਤ ਬਾਕੀ ਰਹਿੰਦੀ ਹੈ। ਕਹਿੰਦੇ ਪਾਤਸ਼ਾਹ ਮੈਂ ਚੰਗੀ ਤਰ੍ਹਾਂ ਵੇਖ ਆਇਆ, ਬਸ 19 ਕੁ ਰਾਤ ਬਾਕੀ ਰਹਿੰਦੀ ਹੈ। ਜਿੰਨੀ ਕੁ ਤੁਸੀਂ ਰੱਖੀ ਹੋਈ ਹੈ, ਜਿੰਨੀ ਕੁ ਤੁਸੀਂ ਬਤੀਤ ਕਰ ਦਿੱਤੀ, 19 ਕੁ ਬਤੀਤ ਹੋ ਗਈ। ਦੇਖੋ ਸੱਚ ਵੀ ਬੋਲਿਆ, ਝੂਠ ਤੋਂ ਵੀ ਬਚ ਗਏ, ਹੁਕਮ ਵੀ ਮੰਨ ਲਿਆ। ਪਰ ਗੁਰੂ ਸਾਹਿਬ ਕਦੋਂ ਖੇੜਾ ਛੱਡਣ ਵਾਲੇ ਸੀ। ਸੁਨਿਆਰ ਉਨੀ ਦੇਰ ਤੱਕ ਸੋਨੇ ਦਾ ਕਿੱਥੇ ਖੇੜਾ ਛੱਡਦਾ ਹੈ, ਜਿੰਨੀ ਦੇਰ ਤੱਕ ਇਹ ਥੋੜਾ ਜਿਹਾ ਵੀ ਰੰਚਕ ਮਾਤਰ ਵੀ ਹੋਵੇ ਵੀ ਅਜੇ ਖੋਟ ਹੈ ਕੁਝ। ਤਾਂ ਕਰੜਾ ਤਾਂ ਸੀ। ਕਹਿੰਦੇ ਅੱਛਾ ਲੈਣਿਆ
मैं बड़ा प्रसन्न हाँ तेरे ते। तैनू ये सोझी आ गई, तू देख सब तो निकट वरती है मेरे, तैनू मेरे सुभाਅ ਦਾ ਸਭ ਤੋਂ ਵੱਧ ਪਤਾ ਹੈ, ਤੈਨੂੰ ਮੇਰੇ ਹਰ ਕਰਮ ਦਾ ਪਤਾ ਹੈ। ਜਾਂ ਅੱਜ ਮੈਂ ਤੈਨੂੰ ਅਧਿਕਾਰ ਦੇਣਾ, ਤੂੰ ਨਿਰਣਾ ਕਰਕੇ ਦੱਸ ਮੇਰੇ ਭਾਣ ਵਿੱਚ ਰਾਤ ਕਿੰਨੀ ਲੰਘ ਗਈ ਤੇ ਕਿੰਨੀ ਰਹਿ ਗਈ। ਕਹਿਣ ਲੱਗੇ ਉਹੀ ਗੱਲ ਹੋ ਗਈ ਜਿਹੜੀ ਤੂੰ ਡਰਦੇ ਸੀ। ਇੱਥੋਂ ਐਸੇ ਮੁਸੀਬਤ ਤੋਂ ਬਚਣ ਵਾਸਤੇ ਤਾਂ ਕਿਹਾ ਸੀ, ਆ ਗਈ ਬਾਤ ਉੱਥੇ। ਧੰਨ ਗੁਰੂ ਨਾਨਕ ਸਾਹਿਬ ਸਿੱਖ ਸਿੱਖੇ ਹੁੰਦਾ ਬਈ ਗੁਰੂ ਗੁਰੂ ਹੈ। ਸਿੱਖ ਦੀ ਬੁੱਧ, ਗੁਰੂ ਦੀ ਬੁੱਧ। ਵਾਪਸ ਆ ਕੇ ਕਹਿਣ ਲੱਗੇ ਸ਼ਹਿਨशाह, ਤੁਹਾਡੇ ਭਾਣੇ ਵਿੱਚ ਅੱਧੀ ਰਾਤ ਬਤੀਤ ਹੋ ਗਈ ਤੇ ਅੱਧੀ ਰਾਤ ਬਾਕੀ ਰਹਿੰਦੀ ਹੈ। ਸ੍ਰੀ ਚੰਦ ਕਹਿੰਦਾ ਮੈਂ ਕੀ ਕਿਹਾ ਸੀ, ਮੈਂ ਵੀ ਤਾਂ ਆਹੀ ਗੱਲ ਕਹੀ ਸੀ। ਓਏ ਸ੍ਰੀ ਚੰਦ ਚੁੱਪ ਕਰ ਜਾ, ਤੇਰੇ ਤੇ ਲਹਿਣੇ ਦੇ ਬੋਲਣ 'ਚ ਬੜਾ ਅੰਤਰਾ ਓਏ, ਤੂੰ ਕਿਉਂ ਵਿੱਚੋਂ ਬੋਲ ਪਿਆ, ਤੇਰੀ ਗੱਲ ਸਮਾਪਤ ਹੋ ਗਈ। ਸਲਖਣੀਏ ਤੂੰ ਧਿਆਨ ਨਾਲ ਸੁਣੀ ਚੱਲ। ਮਾਰੇ ਕਹਿੰਦੇ ਲਹਿਣਿਆ, ਹਾਂ ਮਹਾਰਾਜ। ਇਸ ਤੋਂ ਪਹਿਲਾਂ ਮੈਂ ਇੱਕ ਗੱਲ ਚੁੱਕ ਗਿਆ ਸੀ, ਬਾਬਾ ਬੁੱਢਾ ਸਾਹਿਬ ਨੂੰ ਵੀ ਹੁਕਮ ਹੋਇਆ ਸੀ। ਬਾਬਾ ਬੁੱਢਾ ਸਾਹਿਬ ਨੇ ਵੀ ਆ ਕੇ ਸੁਧਰੇ ਸ਼ਬਦਾਂ 'ਚ ਕਿਹਾ ਸੀ, ਮਹਾਰਾਜ ਜ਼ਿਮੀਂਦਾਰ ਹਾਂ ਤੇ ਜ਼ਿਮੀਂਦਾਰਾਂ ਨੂੰ ਅੱਗੇ ਪੁਰਾਣੇ ਸਮੇਂ ਦੇ ਤਾਰਿਆਂ ਦੀ ਸਿਆਣ ਹੁੰਦੀ ਸੀ ਵੀ ਕਿੰਨੀ ਕੁ ਰਾਤ ਰਹਿੰਦੀ ਹੈ। ਅੱਧੀ ਰਾਤ ਮਾਰਾ ਹਾਲ ਜੋੜਦੇ ਰਹੇ ਹਾਂ, ਇਸ ਕਰਕੇ ਪਤਾ ਵੀ ਅੱਧੀ ਰਾਤ। ਇਹ ਬਾਤ ਪਹਿਲਾਂ ਬਾਬਾ ਬੁੱਢਾ ਸਾਹਿਬ ਵੀ ਕਹਿ ਚੁੱਕੇ ਸੀ। ਮਹਾਰਾਜ ਸਾਹਿਬ ਕਹਿੰਦੇ ਲੈਣਿਆ, ਉਹ ਤੈਂ ਵੀ ਬਾਤ ਸ੍ਰੀ ਚੰਦ ਵਾਲੀ ਉਹ ਕਰ ਦਿੱਤੀ। ਕੌਣ ਕਹਿੰਦਾ ਅੱਧੀ ਰਾਤ ਹੈ? ਦਿਨ ਦਾ ਦੁਪਹਿਰ ਹੋਇਆ, ਤੂੰ ਅੱਧੀ ਰਾਤ ਦਸੀਆਂ ਨਾ। ਭਾਈ ਲਹਿਣਾ ਨੇ ਗਲ ਵਿੱਚ ਪੱਲਾ ਪਾ ਕੇ ਛਮ ਛਮ ਹੰਝੂ ਡਿਗੇ, ਚਰਨ ਫੜ ਲਏ। ਕਹਿੰਦੇ ਪਾਤਸ਼ਾਹ ਇੱਕ ਮੌਕਾ ਦੇ ਦਿਓ। ਕਹਿੰਦੇ ਕਾਹਦਾ? ਕਹਿੰਦੇ ਬਾਹਰ ਜਾ ਕੇ ਰਾਤ ਵੇਖਣ ਦਾ ਇੱਕ ਮੌਕਾ ਚਾਹੀਦਾ ਮੈਨੂੰ। ਕਹਿੰਦੇ ਚੰਗਾ ਜਾ, ਤੈਨੂੰ ਮੌਕਾ ਦਿੱਤਾ। ਗਏ, ਉਹ ਤਾਂ ਬਹਾਨਾ ਸੀ, ਵਾਪਸ ਆ ਗਏ। ਵੇਖ ਆਇਆ? ਕਹਿੰਦੇ ਹਾਂ। ਕਹਿੰਦੇ ਪਾਤਸ਼ਾਹ ਮੈਂ ਪਹਿਲਾਂ ਕਹੇ ਹੋਏ ਬਚਨ ਵਾਪਸ ਲੈਣਾ। ਮੇਰੀਆਂ ਅੱਖਾਂ ਵਿੱਚ ਨੀਂਦ ਸੀ ਉਸ ਵੇਲੇ, ਮੇਰੇ ਅਗਿਆਨ ਨੇ, ਮੇਰੀ ਬੇਸਮਝੀ ਨੇ ਦਿਨ ਨੂੰ ਰਾਤ ਬਣਾ ਦਿੱਤਾ। ਮੈਂ ਤਾਂ ਹੈਰਾਨ ਹਾਂ ਆਪਣੇ ਆਪ ਤੇ। ਜੋ ਤੁਸੀਂ ਕਹਿ ਰਹੇ ਹੋ ਇਹ ਸੱਤ ਹੈ। ਸ੍ਰੀ ਚੰਦ ਕਹਿੰਦਾ ਦੁਪਹਿਰ ਹੈ। ਭਾਈ ਲਹਿਣਾ ਜੀ ਕਹਿੰਦੇ ਹਾਂ ਦੁਪਹਿਰ ਹੈ। ਕਿਉਂ? ਕਿਉਂਕਿ ਮੇਰੇ ਸ਼ਹਿਨशाह ਨੇ ਕਿਹਾ, ਗੁਰੂ ਨਾਨਕ ਨੇ, ਤਾਂ ਦੁਪਹਿਰ ਹੈ। ਸੇਵਕ ਬਣਨਾ ਬੜਾ ਔਖਾ ਹੈ। ਜੇ ਮਾਲਕ ਦੀ ਖੁਸ਼ੀ ਰਾਤ ਨੂੰ ਦਿਨ ਕਹਿਣ ਵਿੱਚ ਹੈ ਨਾ, ਤਾਂ ਫਿਰ ਦਿਨੇ ਕਹਿਣਾ ਪਏਗਾ। ਮਹਾਰਾਜ ਸਾਹਿਬ ਕਹਿੰਦੇ ਫਿਰ ਭਾਈ ਲੈਣਾ ਮੇਰੇ ਵਸਤਰ ਚੁੱਕ ਦਰਿਆ ਰਾਵੀ ਤੇ ਧੋ, ਤੇ ਧੋ ਕੇ ਇਹਨਾਂ ਨੂੰ ਧੁੱਪੇ ਸੁਕਾ ਕੇ ਤਹਿ ਮਾਰ ਕੇ ਲੈ ਕੇ ਆ। ਸ੍ਰੀ ਚੰਦ ਪਿਆ ਪਿਆ ਖਿਲ ਖਿਲ ਕਰਕੇ ਹੱਸਣ ਲੱਗ ਗਿਆ। ਕਹਿੰਦਾ ਹੁਣ ਲੱਗੂ ਪਤਾ ਦੁਪਹਿਰਾ ਕਹਿਣ ਦਾ। ਲਿਆ ਧੋ ਕੇ। ਸਿਦਕ ਦੇ ਬੇੜੇ ਪਾਰ ਹੁੰਦੇ ਨੇ। ਇਤਿਹਾਸ ਗਵਾਹ ਹੈ, ਕੋਈ ਮੈਂ ਕੋਲੋਂ ਨਹੀਂ ਬਣਾ ਕੇ ਕਹਿ ਰਿਹਾ ਇਹ ਬਾਤ। ਇਤਿਹਾਸ ਦੇ ਪੰਨਿਆਂ ਤੇ ਲਿਖੀ ਹੈ ਕਿ ਭਾਈ ਲਹਿਣੇ ਨੂੰ ਰੰਚਕ ਮਾਤਰ ਵੀ ਸ਼ੰਕਾ ਨਹੀਂ। ਤੁਰਿਆ ਜਾਂਦਾ ਰਾਤ ਵਿੱਚ, ਤਾਰੇ ਦੱਸਦੇ ਨੇ ਰਾਤ ਹੈ, ਦੁਨੀਆ ਸੁੱਤੀ ਪਈ ਹੈ, ਪਰ ਭਾਈ ਲਹਿਣੇ ਦਾ ਗੁਰੂ ਕਹਿੰਦਾ ਅੱਧਾ ਦਿਨ ਹੈ, ਦੁਪਹਿਰ ਹੈ, ਤੇ ਨਿਸ਼ਚਾ ਇਹੀ ਹੈ ਕਿ ਦੁਪਹਿਰ ਹੈ। ਜਦੋਂ ਪਹੁੰਚਿਆ ਦਰਿਆ ਰਾਵੀ ਦੇ ਕਿਨਾਰੇ ਤੇ, ਮਧਿਆਨ ਦਾ ਸੂਰਜ ਤਪ ਰਿਹਾ ਹੈ। ਪਤਾ ਨਹੀਂ ਕਿੱਥੋਂ ਆ ਗਿਆ ਸੂਰਜ ਭਾਈ ਲਹਿਣੇ ਵਾਸਤੇ। ਲੋਕਾਂ ਵਾਸਤੇ ਅੱਧੀ ਰਾਤ, ਲਹਿਣੇ ਵਾਸਤੇ ਸੂਰਜ ਦੁਪਹਿਰ ਦਾ। ਬਸਤਰ ਧੋਤੇ, ਇੰਜ ਲੱਗਿਆ ਕਿ ਭਾਈ ਲਹਿਣੇ ਦੇ ਸਿਦਕ, ਗੁਰੂ ਨਾਨਕ ਦੀ ਨਿਕਲੀ ਰਸਨਾ ਤੋਂ ਇਹ ਬਚਨ ਪੂਰੇ ਕਰਨ ਵਾਸਤੇ ਸੂਰਜ ਆਪਣਾ ਨਿਯਮ ਤਿਆਗ ਕੇ ਭਾਈ ਲਹਿਣੇ ਦੇ ਧੋਤੇ ਬਸਤਰ ਸੁਕਾਉਣ ਵਾਸਤੇ ਹਾਜ਼ਰ ਹੋ ਗਿਆ। ਲਹਿਣਿਆ ਕੱਲਾ ਤੂੰ ਹੀ ਆਗਿਆ ਵਿੱਚ ਨਹੀਂ, ਚੰਦ ਸੂਰਜ ਵੀ, ਅਸੀਂ ਵੀ ਉਹਦੀ ਆਗਿਆ ਵਿੱਚ ਹੀ ਚੱਲਦੇ ਹਾਂ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨਾ ਅੰਤ। ਹਾਜ਼ਰ ਸੁਕਾਏ ਬਸਤਰ ਤੈ ਮਾਰੀ, ਵਾਪਸ ਆ ਗਏ। ਸ਼ਹਿਨशाह
ਦੀ ਅੰਦਰੋਂ ਖੁਸ਼ੀ ਹੋ ਗਈ। ਗੁਰੂ ਨਾਨਕ ਬੋਲੇ ਲੈਣਿਆ, ਹਾਂ ਮਹਾਰਾਜ ਬਸਤਰ ਧੋ ਲਏ? ਕਹਿੰਦੇ ਹਾਂ ਮਹਾਰਾਜ। ਸੁੱਕ ਗਏ? ਹਾਂ ਮਹਾਰਾਜ ਸੁੱਕ ਗਏ। ਸ੍ਰੀ ਚੰਦ ਨੂੰ ਇਤਬਾਰ ਕਿੱਥੋਂ ਹੋਵੇ? ਇਹ ਕਿਵੇਂ ਹੋ ਸਕਦਾ? ਰਾਤ ਨੂੰ ਬਸਤਰ ਕਿਵੇਂ ਸੁੱਕ ਜਾਣਗੇ? ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰੂ ਕੀ ਆਗਿਆ ਮਨ ਮੈਂ ਸਾਹਿਬ। ਬਸ ਸਿੱਖ ਦਾ ਕਰਤੱਵ ਇੱਕੋ ਹੀ ਹੈ, ਜੋ ਗੁਰੂ ਨੇ ਕਹਿ ਦਿੱਤਾ ਉਹ ਕਰ। ਅੱਜ ਤਾਂ ਸਿੱਖ ਗੁਰੂ ਨੂੰ ਚੈਲੰਜ ਕਰਦਾ ਹੈ, ਕਹਿੰਦਾ ਜੇ ਗੁਰੂ ਆਪ ਆ ਕੇ ਵੀ ਮੈਨੂੰ ਆਹ ਗੱਲ ਕਹਿ ਦੇਵੇ ਨਾ, ਅਗੇ ਮੈਂ ਨਹੀਂ ਮੰਨੂਗਾ। ਇਹ ਗੁਰੂ ਤੇਰੇ ਵਰਗਿਆਂ ਵਾਸਤੇ ਆਊਗਾ। ਫਿਰ ਤੈਨੂੰ ਤਾਂ ਗੁਰੂ ਸੁਪਨੇ 'ਚ ਵੀ ਨਹੀਂ ਦਿਸ ਸਕਦਾ, ਜਿਹਦਾ ਇੰਨਾ ਕਠੋਰ ਚਿੱਤ ਹੈ ਵੀ ਜੇ ਗੁਰੂ ਵੀ ਆ ਕੇ ਕਹੇ ਮੈਂ ਤਾਂ ਵੀ ਨਹੀਂ ਮੰਨਦਾ। ਇਦੋਂ ਵੱਡਾ ਗਿਆਨ ਕੀ ਹੋਏ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ, ਮੈਂ ਕੁਛ ਨਹੀਂ ਹਾਂ ਤੇ ਮੈਂ ਤਾਂ ਕਠਪੁਤਲੀ ਹਾਂ, ਜਿਵੇਂ ਮੈਨੂੰ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਬਨ ਹਮਾਰੀ। ਜੋ ਕਰਮ ਕਥਾ ਗੁਰੂ ਨੇ ਕਹਾਉਣੀ ਹੈ ਮੇਰੇ ਕੋਲੋਂ, ਮੈਂ ਸਰੀਰ ਹਾਜ਼ਰ ਕਰ ਦਿੱਤਾ ਹੈ। ਤਿਮ ਬੋਲੋ ਮੈਂ ਜਥਾ ਬੁਲਾਵੇ, ਜਿਵੇਂ ਗੁਰੂ ਬੁਲਾਏਗਾ ਮੈਂ ਉਵੇਂ ਬੋਲਾਂਗਾ। ਨਰਪੁਤਰੀ ਕੋ ਜਥਾ ਨਚਾਵੇ, ਜਿਵੇਂ ਪੁਤਲੀਆਂ ਦਾ ਤਮਾਸ਼ਾ ਕਰਨ ਵਾਲਾ ਜਿਵੇਂ ਪੁਤਲੀਆਂ ਨੂੰ ਹਰਕਤ ਕਰਦਾ ਹੈ, ਡੋਰ ਉਹਦੇ ਹੱਥ ਵਿੱਚ ਹੈ, ਉਵੇਂ ਨੱਚਦੀਆਂ ਹਨ। ਕਾਠ ਕੀ ਪੁਤਰੀ ਕਹਾਂ ਕਰੇ ਵਪਰੀ, ਖਿਲਾਵਨ ਹਾਰੋ ਜਾਣੈ। ਮੈਂ ਤਾਂ ਸ਼ਹਿਨਸ਼ਾਹ ਦੀ ਕਠਪੁਤਲੀ ਹਾਂ। ਸੋ ਨਿਜ ਮੁਖ ਬੋਲ ਸੁਣਾਵੇ, ਤੇ ਉਹੀ ਬੋਲ ਕੇ ਸੁਣਾਵਾਂਗਾ, ਮੈਂ ਤਾਂ ਕਠਪੁਤਲੀ ਹਾਂ। ਲੋਕ ਲਖੈ ਪੁਤਲੀ ਸੋ ਅਲਾਵੇ, ਤੇ ਲੋਕਾਂ ਨੂੰ ਪੁਤਲੀ ਦੇਖ ਕੇ ਹੁੰਦੀ ਹੈ ਵੀ ਆਪ ਨੱਚ ਰਹੀ ਹੈ, ਮੈਨੂੰ ਤੁਸੀਂ ਦੇਖੋਗੇ ਵੀ ਸ਼ਾਇਦ ਮੈਂ ਗਿਆਨ ਦੀ ਗੱਲ ਸੁਣੋ ਨਾ। ਨਹੀਂ ਭਾਈ, ਭੁੱਲ ਜਾਓ। ਤੇ ਮੈਂ ਤਾਂ ਉਸ ਸ਼ਹਿਨਸ਼ਾਹ ਦੀ ਆਗਿਆ ਮੰਨ ਕੇ ਸਰੀਰ ਹਾਜ਼ਰ ਕੀਤਾ। ਬੋਲੇਗਾ ਮੇਰਾ ਸ਼ਹਿਨਸ਼ਾਹ। ਪੂਰਬ ਸੁਨੋ ਕਰਮ ਕੀ ਗਾਥਾ, ਤੇ ਸਭ ਤੋਂ ਪਹਿਲਾਂ ਹੁਣ ਕਰਮ ਦੀ ਕਥਾ ਸੁਣੋ ਭਾਈ ਸਾਹਿਬ ਕੇ, ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ। ਪੂਰਬ ਸੁਣੋ ਕਰਮ ਕੀ ਗਾਥਾ, ਸੁਣਨਾ ਕਰੋ। ਨਰਕ ਸੁਰਗ ਹੋਏ ਜਨ ਪਲ ਸਾਥਾ, ਜਿਨ੍ਹਾਂ ਕਰਮਾਂ ਕਰਕੇ ਨਰਕ ਮਿਲਦਾ ਹੈ ਉਹ ਵੀ ਕਰਮ, ਜਿਨ੍ਹਾਂ ਕਰਮਾਂ ਕਰਕੇ ਸਵਰਗ ਮਿਲਦਾ ਹੈ ਉਹ ਵੀ ਕਰਮ, ਜਿਨ੍ਹਾਂ ਕਰਮ ਕੇ ਸੰਬੰਧੀਆਂ ਦਾ ਮੇਲ ਹੁੰਦਾ ਹੈ ਉਹ ਵੀ ਕਰਮ, ਜਿਹੜੇ ਕਰਕੇ ਸੰਬੰਧੀ ਵਿਛੜ ਜਾਂਦੇ ਨੇ ਉਹ ਵੀ ਕਰਮ। ਇਹ ਸਭ ਕੁਝ ਕਰਮ ਦੀ ਖੇਡ ਹੈ ਸੰਸਾਰ ਵਿੱਚ। ਸਾਡਾ ਸਰੀਰ ਵੀ ਕਰਮ ਦਾ ਬਣਿਆ ਹੋਇਆ। ਕਰਮੀ ਆਵੇ ਕੱਪੜਾ ਨਦਰੀ, ਮੁੱਖ ਦੁਆਰ। ਸਮਾਂ ਹੋ ਗਿਆ ਬੜਾ ਖੁੱਲਾ ਸਮਾਂ। ਤੇ ਅੱਜ ਕਿਉਂਕਿ ਉਧਰ ਸਮਾਂ ਆਪਾਂ ਨੂੰ ਢਾਡੀ ਦਰਬਾਰ ਸੀ ਤੇ ਬਾਬਾ ਜੀ ਹੋਰਾਂ ਨੇ, ਗ੍ਰੰਥੀ ਸਿੰਘ ਸਾਹਿਬਾਨ ਨੇ, ਬਾਬਾ ਅਮਰ ਸਿੰਘ ਜੀ ਨੇ, ਤੇ ਜੋ ਸਮਾਂ ਨਿਸ਼ਚਿਤ ਕੀਤਾ ਸੀ 10:08 ਵਜੇ ਹਾਜ਼ਰ ਹੋ ਗਿਆ। ਤੇ ਗੁਰਮੁਖ ਪਿਆਰਿਆਂ ਨੇ ਬੜੀ ਮਹਾਨ ਕਿਰਪਾ ਕੀਤੀ, ਜਿਹੜੇ ਤੁਸੀਂ ਰੁਚੀ ਨਾਲ ਆਏ ਹੋ। ਗੁਰੂ ਦੇ ਅੰਮ੍ਰਿਤ ਬਚਨ ਦੇਖੋ, ਸਮੇਂ ਦੀ ਬਾਤ ਹੁੰਦੀ ਹੈ। ਸਮਾਂ ਖੁੱਲ੍ਹਾ ਸੀ, ਬਾਤ ਵੀ ਖੁੱਲ੍ਹ ਕੇ ਕੀਤੀ ਜਾ ਸਕਦੀ ਹੈ ਖੁੱਲ੍ਹੇ ਸਮੇਂ ਵਿੱਚ। ਤੇ ਜਦੋਂ ਇੱਕ ਅਧਿਆਇ ਨੂੰ 4-4 ਦਿਨ ਵਿੱਚ ਕਰਨਾ ਹੈ, ਰਸ ਕਿਵੇਂ ਬਣੇਗਾ? ਫਿਰ ਰਸ ਬਣਦਾ ਨਹੀਂ ਹੁੰਦਾ। ਸਤਿਗੁਰੂ ਕਿਰਪਾ ਕਰਨ। ਆਓ ਇੱਥੇ ਸਮਾਪਤੀ। ਕੱਲ੍ਹ ਨੂੰ ਨਿਰੋਲ ਹੁਣ ਕਰਮ ਦੀ ਬਾਤ ਇੱਥੋਂ ਸ਼ੁਰੂ ਹੋਏਗੀ। ਕਰਮ ਕਿੰਨੇ ਪ੍ਰਕਾਰ ਦਾ ਹੈ, ਸਰੀਰ ਵਿੱਚ ਕਿੱਥੇ ਰਹਿੰਦਾ ਹੈ, ਇਹ ਕੁਝ ਸਵਾਲ ਜਿਨ੍ਹਾਂ ਦੇ ਸਹਿਜੇ ਸਹਿਜੇ ਕਈ ਦਿਨਾਂ ਦੇ ਅੰਦਰ ਇਹ ਬਾਤ ਸਮਝ ਵਿੱਚ ਆਏਗੀ। ਗੁਰੂ ਕਿਰਪਾ ਕਰੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਇੱਥੇ ਸਮਾਪਤੀ। ਪੂਰਬ ਸੁਨੋ ਕਰਮ ਕੀ ਗਾਥਾ, ਨਰਕ ਸੁਰਗ ਜਨ ਫਲ ਸਾਥਾ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਆਗਮ ਪੂਰਨ ਮੋਹਿ ਮਾਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।